ਵਾਰੀ ਪ੍ਰੋਗਰਾਮ ਧਰਮ ਤੇ ਸਮਾਜ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਹਰ ਹਫਤੇ ਦੀ ਤਰ੍ਹਾਂ ਮੇਰੇ ਨਾਲ ਨੇ ਸਟੂਡੀਓ ਵਿੱਚ ਸਿੱਖ ਸਕਾਲਰ ਡਾਕਟਰ ਗੁਰਨਾਮ ਕੌਰ ਹੋਰੀ। ਡਾਕਟਰ ਸਾਹਿਬ ਕੋਲੋਂ ਅਸੀਂ ਹਰ ਹਫਤੇ ਬਹੁਤ ਸਾਰੀਆਂ ਨਵੀਆਂ ਗੱਲਾਂ ਬਾਰੇ ਜਾਣਕਾਰੀ ਜਿਹੜੀ ਉਹ ਲੈਂਦੇ ਹਾਂ। ਸਿੱਖ ਧਰਮ ਦੀਆਂ ਉਹ ਬਰੀਕ ਬੀਨੀਆਂ, ਵੈਸੇ ਤਾਂ ਸਿੱਖ ਧਰਮ ਬੜਾ ਸਪਸ਼ਟ ਸਿੱਧਾ ਸਾਦਾ ਧਰਮ ਹੈ ਕਿ ਕੋਈ ਵੀ ਵਿਅਕਤੀ ਸਿੱਧਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਪੜ੍ਹੇ ਅਤੇ ਉਹਦੇ ਵਿੱਚੋਂ ਸਭ ਕੁਝ ਮਿਲ ਜਾਂਦਾ। ਪਰ ਕੁਝ ਇੱਕ ਕੌਨਸੈਪਟ ਹੁੰਦੇ ਨੇ ਜਿਹੜੇ ਸਾਨੂੰ ਲੱਗਦਾ ਹੈ ਕਿ ਸਾਡੇ ਪ੍ਰਚਾਰਕ ਕਈ ਵਾਰ ਦੱਸਦੇ ਨੇ, ਪਰ ਆਪਾਂ ਉਹਨਾਂ ਨੂੰ ਅਲੱਗ ਤਰ੍ਹਾਂ ਸੋਚਦੇ ਹੁੰਦੇ ਹਾਂ। ਸੋ ਇਸ ਤਰ੍ਹਾਂ 1 ਬਾਈ 1 ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਖ ਧਰਮ ਦੇ ਜਿਹੜੇ ਸੰਕਲਪ ਨੇ ਉਹਨਾਂ ਦੇ ਉੱਤੇ ਕੋਈ ਜਿਹੜੀ ਜਾਣਕਾਰੀ ਅਸੀਂ ਡਾਕਟਰ ਸਾਹਿਬ ਕੋਲ ਲੈ ਕੇ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੀਏ। ਅੱਜ ਅਸੀਂ ਵਿਸ਼ਾ ਚੁਣਿਆ ਸੀਗਾ ਸੰਗਤ। ਸਿੱਖ ਧਰਮ ਵਿੱਚ ਸੰਗਤ ਦਾ ਕੀ ਕੌਨਸੈਪਟ ਹੈ, ਕੀ ਸੰਕਲਪ ਹੈ, ਕੀ ਮਹਾਨਤਾ ਹੈ, ਸੰਗਤ ਹੁੰਦੀ ਕੀ ਆ, ਕੀ ਕਿਸੇ ਇਕੱਠ ਨੂੰ ਮੱਸਿਆ ਤੇ ਲੋਕਾਂ ਇਕੱਠਿਆ ਹੋਇਆ ਨੂੰ ਸੰਗਤ ਕਹਿ ਸਕਦੇ ਹਾਂ, ਜਾਂ ਸੰਗਤ ਰੂਪੀ ਕੋਈ ਜਿਹੜੇ ਫੈਸਲੇ ਹੁੰਦੇ ਆ ਉਹਨਾਂ ਦੀ ਕੀ ਮਹਾਨਤਾ ਆ, ਕੀ ਸਾਡੇ ਧਰਮ ਦੇ ਮੁਤਾਬਕ ਸੰਗਤ ਜਿਹੜਾ ਉਹਦਾ ਅਸਲੀ ਮਾਇਨੇ ਕੀ ਨੇ, ਉਹ ਆਪਾਂ ਡਾਕਟਰ ਸਾਹਿਬ ਕੋਲ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰੀਏ ਡਾਕਟਰ ਸਾਹਿਬ ਤੁਹਾਡਾ, ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਵੈਸੇ ਤਾਂ ਆਪਾਂ ਇੱਕ ਇੱਕ ਕਰਕੇ ਗੱਲਾਂ ਜਦੋਂ ਕਰਦੇ ਹਾਂ ਤਾਂ ਬੜਾ ਅੱਛਾ ਵੀ ਲੱਗਦਾ, ਮੈਨੂੰ ਖੁਦ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ, ਮਜ਼ਾ ਆਉਂਦਾ ਗੱਲ ਕਰਕੇ। ਔਰ ਖਾਸ ਕਰਕੇ ਜਦੋਂ ਬੱਚੇ ਕਹਿੰਦੇ ਆ ਨਾ ਵੀ ਗੱਲਬਾਤ 'ਚ ਇੰਟਰਸਟ ਸਾਡੇ ਪੈਦਾ ਹੁੰਦਾ। ਬਹੁਤ ਸਾਰੀਆਂ ਜਦੋਂ ਅਸੀਂ ਭਾਰਤ ਦੀਆਂ ਗੱਲਾਂ ਕਰਦੇ ਹਾਂ ਤਾਂ ਬੱਚੇ ਇੰਟਰਸਟ ਨਹੀਂ ਲੈਂਦੇ, ਪਰ ਧਰਮ ਜਿਹੜਾ ਖਾਸ ਕਰਕੇ ਸਿੱਖ ਧਰਮ ਹੈ ਉਹਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਵਿਗਿਆਨਕ ਤਰੀਕੇ ਨਾਲ ਗੱਲ ਹੁੰਦੀ ਆ ਅਤੇ ਉਹ ਬੱਚਿਆਂ ਨੂੰ ਵੀ ਲੱਗਦਾ ਹੈ ਕਿ ਨਹੀਂ ਕੁਛ ਹੈ, ਇਹ ਨਹੀਂ ਹੈ ਕਿ ਧਰਮ ਵੀ ਅੱਖਾਂ ਮੀਟ ਕੇ ਮੰਨਣ ਵਾਲੀ ਚੀਜ਼ ਹੈ। ਕੁਛ ਨਾ ਕੁਛ ਬੱਚਿਆਂ ਨੂੰ ਵੀ ਲੱਗਦਾ ਹੈ। ਜਦੋਂ ਕਮੈਂਟਸ ਬੱਚਿਆਂ ਦੇ ਹੁੰਦੇ ਆ ਨਾ, ਫਿਰ ਬੜੀ ਮਨ ਨੂੰ ਖੁਸ਼ੀ ਹੁੰਦੀ ਵੀ ਜੋ ਅਸੀਂ ਕਰ ਰਹੇ ਹਾਂ ਠੀਕ ਹੈ, ਵਿਊ ਆਉਣ ਨਾ ਆਉਣ, ਘੱਟ ਆਉਣ ਵੱਧ ਆਉਣ, ਕੁਛ ਨਾ ਕੁਛ ਫਾਇਦਾ 1% ਕਿਸੇ ਇੱਕ ਵਿਅਕਤੀ ਨੂੰ, ਮੇਰੇ ਘਰ 'ਚ ਹੀ ਕਿਸੇ ਬੱਚੇ ਨੂੰ ਇਸ ਚੀਜ਼ ਦੀ ਸਮਝ ਲੱਗ ਜੇ ਤੇ ਮੇਰੇ ਵਾਸਤੇ ਵੱਡੀ ਗੱਲ ਹੈ, ਮੈਂ ਇਹ ਸਮਝਦਾ। ਸੋ ਸੰਗਤ ਦੇ ਬਾਰੇ ਆਪਾਂ ਅੱਜ ਗੱਲ ਕਰਨੀ ਆ। ਸੰਗਤ ਸ਼ਬਦ ਜਿਹੜਾ ਆ ਇਹ ਤੋਂ ਸ਼ੁਰੂ ਕਰ ਲਈਏ। ਸੰਗਤ ਸ਼ਬਦ ਕਿਵੇਂ ਆ ਤੇ ਸਿੱਖ ਧਰਮ 'ਚ ਇਹਨੂੰ ਕਿਸ ਤਰ੍ਹਾਂ ਲਿਆ? ਅਸਲ ਦੇ ਵਿੱਚ ਜੇ ਆਪਾਂ ਦੇਖੀਏ ਨਾ, ਭਾਵੇਂ ਉਹ ਸੇਵਾ ਹੈ, ਸੰਗਤ ਹੈ, ਲੰਗਰ ਹੈ, ਕੋਈ ਵੀ ਹੈ, ਆਪਣੇ ਸਿੱਖ ਧਰਮ ਦੀਆਂ ਜਿਹੜੀਆਂ ਪਰੰਪਰਾਵਾਂ ਨੇ, ਉਹਦਾ ਹਰ ਇੱਕ ਦਾ ਪਹਿਲਾਂ ਉਹਦੀ ਦਾਰਸ਼ਨਿਕ ਜਾਂ ਕਹਿ ਲਓ ਜਾਂ ਸੰਕਲਪ ਦੇ ਤੌਰ 'ਤੇ ਉਹਨੂੰ ਬਾਣੀ ਦੇ ਵਿੱਚ ਦਿੱਤਾ ਹੋਇਆ। ਹਾਂਜੀ। ਅਤੇ ਫਿਰ ਦੂਸਰਾ ਆਸਪੈਕਟ ਹੈ ਉਹਦਾ ਜਿਹੜਾ ਅਮਲੀ ਪ੍ਰਕਾਸ਼ਨ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਅਮਲ ਦੇ ਵਿੱਚ ਵੀ ਉਹਨੂੰ ਪ੍ਰਗਟ ਕੀਤਾ ਗਿਆ। ਕਿ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿੱਚ ਕੋਈ ਵੀ ਅਜਿਹਾ ਸਿਧਾਂਤ ਨਹੀਂ ਦਿੱਤਾ ਜਿਹਦਾ ਅਮਲੀ ਪ੍ਰਕਾਸ਼ਨ ਨਹੀਂ ਹੋ ਸਕਦਾ। ਅਤੇ ਅਮਲੀ ਪ੍ਰਕਾਸ਼ਨ ਦਾ ਮਤਲਬ ਹੈ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ। ਅਤੇ ਜੇ ਜ਼ਿੰਦਗੀ ਦੇ ਵਿੱਚ ਕੋਈ ਵੀ ਸਿਧਾਂਤ ਹੈ, ਚਾਹੇ ਜੋ ਜ਼ਿੰਦਗੀ ਦੇ ਵਿੱਚ ਕੰਮ ਨਹੀਂ ਆਉਂਦਾ ਜਾਂ ਕਿਸੇ ਕਿਸਮ ਦੇ ਨਾਲ ਵੀ ਸਮਾਜ ਦਾ ਕੋਈ ਉਸਾਰੂ ਉਹਦਾ ਪੱਖ ਨਹੀਂ ਪੇਸ਼ ਕਰਦਾ ਹੈਗਾ, ਤਾਂ ਉਹ ਅਜਿਹੇ ਸਿਧਾਂਤ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਉਹ ਮਤਲਬ ਫੋਕਾ ਹੀ ਹੁੰਦਾ ਹੈ, ਉਹਨੂੰ ਆਪਾਂ ਕਹਿ ਸਕਦੇ ਹਾਂ। ਜਿੱਦਾਂ ਜੀ ਸਾਹਿਤਕਾਰ ਲੋਕ ਕਹਿ ਦਿੰਦੇ ਕਿ ਸਾਡੀ ਕਲਾਕ੍ਰਿਤੀ ਇੰਨੀ ਵੱਡੀ ਆ ਕਿ ਇਸ ਨੂੰ ਸਮਝ ਹੀ ਨਹੀਂ ਆਈ ਤੇ ਉਹ ਸਿਰਫ ਕਲਾ ਵਾਸਤੇ ਆ। ਅਸੀਂ ਕਈ ਵਾਰ ਇਹ ਵੀ ਗੱਲ ਕਰ ਦਿੰਦੇ ਹਾਂ, ਪਰ ਗੁਰੂ ਨਾਨਕ ਸਾਹਿਬ ਨੇ ਜਿਹੜਾ ਧਰਮ ਦਿੱਤਾ ਨਾ, ਉਹ ਲੋਕਾਂ ਵਾਸਤੇ। ਤੁਸੀਂ ਦੇਖੋ ਵੀ ਆਮ ਜ਼ਿੰਦਗੀ ਦੇ ਵਿੱਚ ਉਦਾਹਰਨਾਂ ਲਈਆਂ ਹੋਈਆਂ ਨੇ। ਫਿਰ ਜਿਹੜੀ ਬੋਲੀ ਵਰਤੀ ਹੈ ਉਹ ਵੀ ਆਮ ਲੋਕਾਂ ਦੀ ਬੋਲੀ ਜਾਣ ਵਾਲੀ ਬੋਲੀ ਹੈ, ਉਹ ਜਿਹੜੀ ਵਰਤੀ ਗਈ ਹੈ। ਭਾਵੇਂ ਉਹ ਭਗਤ ਬਾਣੀ ਹੈ, ਚਾਹੇ ਉਹ ਆਪਣੇ ਆਪਣੇ ਇਲਾਕਿਆਂ ਦਾ ਰੰਗ ਉਹਨਾਂ ਦਾ ਉਹਦੇ ਵਿੱਚ ਨਜ਼ਰ ਆਉਂਦਾ। ਇਸੇ ਤਰ੍ਹਾਂ ਚਾਹੇ ਗੁਰੂ ਸਾਹਿਬਾਨ ਦੀ ਬਾਣੀ ਹੈ, ਹੈ ਨਾ। ਸੋ ਸੰਗਤ ਜਿਹੜੀ ਹੈਗੀ ਹੈ, ਇਹਦਾ ਸਿੱਖ ਧਰਮ ਦੇ ਵਿੱਚ ਸੰਕਲਪ ਦੇ ਤੌਰ 'ਤੇ ਵੀ ਅਤੇ ਇਹਦੇ ਅਮਲੀ ਪ੍ਰਕਾਸ਼ਨ ਦੇ ਤੌਰ 'ਤੇ ਵੀ ਬਹੁਤ ਮਹੱਤਵਪੂਰਨ ਹੈ। ਜੇ ਹੁਣ ਆਪਾਂ ਪਹਿਲੀਆਂ ਟਰੈਡੀਸ਼ਨਸ ਦੇ ਵਿੱਚ ਦੇਖੀਏ ਤਾਂ ਆਮ ਤੌਰ 'ਤੇ ਜਿਹੜਾ ਭਗਤੀ ਕਰਨਾ ਹੈ ਜਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਤਪੱਸਿਆ ਕਰਨੀ ਹੈ, ਉਹ ਹੈਗੇ ਇਕੱਲ ਵਾਂਝੇ ਹੋ ਕੇ ਕਰਨੀ ਹੈ। ਇਕੱਲਿਆਂ ਹੋ ਕੇ ਤੁਸੀਂ ਆਪਣਾ ਭਗਤੀ ਕਰਨੀ ਹੈ, ਚਾਹੇ ਉਹ ਜੰਗਲਾਂ ਦੇ ਵਿੱਚ ਜਾਣ ਦਾ ਸੀ ਜਾਂ ਕਿਸੇ ਗੁਫਾ ਦੇ ਵਿੱਚ ਬੈਠ ਕੇ। ਅਤੇ ਸਿੱਖ ਧਰਮ ਅਜਿਹਾ ਹੈਗਾ ਜਿਹੜਾ ਜਿਹਨੇ ਨਾਮ ਸਿਮਰਨ ਦਾ ਵੀ ਜਿਹੜਾ ਸਿਧਾਂਤ ਦਿੱਤਾ ਹੈ, ਉਹ ਆਈਸੋਲੇਸ਼ਨ ਦੇ ਵਿੱਚ ਨਹੀਂ, ਇਕੱਲਿਆਂ ਦੇ ਵਿੱਚ ਨਹੀਂ ਹੈ, ਸੰਗਤ ਦੇ ਵਿੱਚ ਜਿਹੜਾ ਹੈਗਾ ਉਹ ਨਾਮ ਸਿਮਰਨ ਜਾਂ ਵੈਸੇ ਪ੍ਰਥਾ ਜਿਹੜੀਆਂ ਨੇ ਧਾਰਮਿਕ ਪੁਰਾਤਨ ਸਮੇਂ ਤੋਂ ਆਪਾਂ ਦੇਖਦੇ ਹਾਂ ਕਿ ਉਹ 'ਚ ਦੱਸਿਆ ਜਾਂਦਾ ਹੈ ਕਿ ਕੋਈ ਮਤਲਬ ਜਿਹੜਾ ਪਹੁੰਚਿਆ ਹੋਇਆ ਕੋਈ ਸੰਤ ਸਾਧੂ ਹੁੰਦਾ, ਉਹ ਲਿਵ ਲਾ ਕੇ ਬੈਠ ਜਾਂਦਾ ਹੈ, ਕਿਸੇ ਭੋਰੇ 'ਚ ਵੜ ਕੇ ਬੈਠ ਜਾਂਦਾ ਔਰ ਸਾਲਾਂ ਬੱਧੀ ਉਹ ਤਪੱਸਿਆ ਭਗਤੀ ਕਰਦਾ। ਉਹਦੀ ਭਗਤੀ ਟੁੱਟਦੀ, ਜੇ ਕਿਤੇ ਟੁੱਟਦੀ ਆ ਤੇ ਉਹਦੇ ਬਾਰੇ ਫਿਰ ਬੜੀਆਂ ਕਥਾ ਕਹਾਣੀਆਂ ਨੇ। ਨਹੀਂ ਆਪਾਂ ਤੁਸੀਂ ਆਪਾਂ ਪੁਰਾਣ ਦਾ ਜਿਹੜਾ ਇਤਿਹਾਸ ਹੈਗਾ, ਸਾਹਿਤ ਹੈ, ਪੁਰਾਣਿਕ ਸਾਹਿਤ ਨੂੰ ਪੜ੍ਹੀਏ, ਉਹਦੇ ਵਿੱਚ ਉਹ ਭਾਵੇਂ ਰਿਸ਼ੀ ਦੁਰਵਾਸ਼ਾ ਦੀ ਗੱਲ ਹੈ ਜਾਂ ਕਿਸੇ ਦੀ ਵੀ ਹੈ, ਉਹ ਉੱਥੇ ਉਹ ਸਾਰੇ ਇਹੀ ਦਿਖਾਇਆ ਹੋਇਆ ਵੀ ਰਿਸ਼ੀ ਭਗਤੀ ਕਰ ਰਿਹਾ ਹੈ, ਸਾਲਾਂ ਬੱਧੀ ਬੈਠਾ ਉਹਦੇ 'ਤੇ
ਘਾਹ ਤੱਕ ਉੱਗਿਆ ਆਇਆ ਹੋਇਆ ਹੈ ਨਾ। ਹਾਂਜੀ। ਉਹ ਆਪਣੀ ਸਮਾਧੀ ਲਾਈ ਬੈਠਾ ਹੈ ਵੀ, ਪਰ ਕੋਈ ਨਾ ਕੋਈ ਮੇਨਕਾ ਦੀ ਕਹਾਣੀ ਆਪਾਂ ਪੜ੍ਹਦੇ ਆਂ ਵੀ ਅਪਸਰਾ ਆਉਂਦੀ ਹੈ ਤੇ ਉਹਦਾ ਸੱਤ ਭੰਗ ਹੋ ਜਾਂਦਾ। ਕਰ ਦਿੰਦੀ ਹੈ। ਡਾਕਟਰ ਸਾਹਿਬ ਵੈਸੇ ਚਲੋ ਆਸਥਾ ਦਾ ਮਸਲਾ ਹੈ, ਸਾਰੇ ਧਰਮਾਂ ਦਾ ਆਪੋ ਆਪਣੀ ਆਸਥਾ ਹੈ, ਆਪਾਂ ਉਹਦੇ ਤੇ ਗੱਲ ਤੇ ਨਹੀਂ ਕਰਦੇ, ਪਰ ਜਿਹੜੀ ਚੀਜ਼ ਅਮਲੀ ਤੌਰ ਤੇ ਸਾਨੂੰ ਲੱਗਦਾ ਹੋਵੇ ਕਿ ਇਦਾਂ ਕੋਈ ਬੰਦਾ ਬੈਠਾ ਉਹਦੇ ਘਾਹ ਉੱਗ ਗਿਆ, ਸਰੀਰ ਆਖਰ ਸਰੀਰ ਹੈ, ਭਾਵੇਂ ਕਿਸੇ ਮੈਂ ਨਾ ਰੱਬ ਵੀ ਆ ਕੇ ਸਰੀਰ ਦੇ ਰੂਪ 'ਚ ਬਹਿ ਜਾਵੇ, ਉਹਨਾਂ ਨੂੰ ਭੋਜਨ ਦੀ ਪਾਣੀ ਦੀ ਬਾਹਰ ਅੰਦਰ ਜਾਣ ਦੀ ਜ਼ਰੂਰਤ ਹੋਏਗੀ। ਤੇ ਜਦੋਂ ਇਹ ਮਨ ਘੜਤ ਜਿਹਾ ਕਈ ਵਾਰ ਲੱਗਣ ਲੱਗ ਜਾਂਦਾ, ਖੈਰ ਮੈਂ ਮਾਫੀ ਫੇਰ ਚਾਹੁੰਦਾ ਕਿ ਆਸਥਾ ਨੂੰ ਅਸੀਂ ਨਹੀਂ ਕੁਝ ਕਹਿ ਰਹੇ, ਆਪਣੀ ਆਸਥਾ ਆ, ਜਿੱਥੇ ਕਿਸੇ ਦਾ ਵਿਸ਼ਵਾਸ ਟਿਕਦਾ ਉਹਨੂੰ ਕਰਨਾ ਚਾਹੀਦਾ। ਮਨ ਘੜਤ ਵੀ ਨਹੀਂ ਹੈ, ਰਿਸ਼ੀ ਇਸ ਤਰ੍ਹਾਂ ਰਿਸ਼ੀ ਪਰੰਪਰਾ ਰਹੀ ਹੈ, ਰਿਸ਼ੀ ਕਰਦੇ ਰਹੇ ਨੇ, ਭਗਤੀ ਇਸ ਕਿਸਮ ਦੇ ਨਾਲ ਕਰਦੇ ਰਹੇ ਨੇ ਵੈਸੇ ਵੀ। ਪਰ ਡਾਕਟਰ ਸਾਹਿਬ ਕੋਈ ਲਿਮਟ ਹੋਏਗੀ ਨਾ ਜੀ। ਹਾਂਜੀ, ਉਹ ਆਸ਼ਰਮ ਵੰਡ ਵੀ ਆਪਾਂ ਦੇਖਦੇ ਹਾਂ, ਉਹਦੇ ਵਿੱਚ ਵੀ ਹੈਗਾ ਵੀ ਜਿਹੜਾ ਤੁਸੀਂ ਪਹਿਲੇ 25 ਸਾਲ ਵੀ ਤੁਸੀਂ ਆਪਣੀ ਸਿੱਖਿਆ ਧਾਰਮਿਕ ਪ੍ਰਾਪਤ ਕਰਦੇ ਜੰਗਲ ਦੇ ਵਿੱਚ ਰਹਿੰਦੇ ਹੋ, ਅਗਲੇ 25 ਸਾਲ ਸਿਰਫ ਗ੍ਰਹਿਸਥ ਆਸ਼ਰਮ ਨੂੰ ਦਿੱਤੇ ਗਏ ਨੇ। 50 ਸਾਲ ਦੀ ਉਮਰ ਤੋਂ ਫਿਰ ਵਾਨਪ੍ਰਸਥ ਆ ਜਾਂਦਾ, ਫਿਰ ਸੰਨਿਆਸ ਆਸ਼ਰਮ ਆ ਜਾਂਦਾ ਹੈ ਨਾ। ਉਹ ਇਸੇ ਕਿਸਮ ਦਾ। ਤੇ ਪਰ ਜਿਹੜਾ ਗੁਰੂ ਸਾਹਿਬਾਨ ਦਾ ਸਿਧਾਂਤ ਹੈ, ਉਹਨਾਂ ਦਾ ਇਹ ਮੰਨਣਾ ਹੈ ਕਿ ਕਿਉਂਕਿ ਰੱਬ ਨੂੰ ਪਾਉਣ ਲਈ ਜਾਂ ਤੁਸੀਂ ਕਹਿ ਲਓ ਵੀ ਅਧਿਆਤਮਿਕ ਬੁਲੰਦੀਆਂ ਨੂੰ ਛੂਹਣ ਦੇ ਵਾਸਤੇ ਇਹ ਮੰਨਿਆ ਜਾਂਦਾ ਕਿ ਜਿਹੜੀਆਂ ਮਨੁੱਖ ਦੀਆਂ ਹੈਗੀਆਂ ਨੇ ਮਾਨਸਿਕ ਰੁਚੀਆਂ ਨੇ, ਜਿਨ੍ਹਾਂ ਨੂੰ ਆਪਾਂ ਕਾਮ, ਕ੍ਰੋਧ, ਲੋਭ, ਮੋਹ ਕਹਿੰਦੇ ਆ, ਗੁਰਬਾਣੀ ਦੇ ਵਿੱਚ ਕਿਹਾ ਹੋਇਆ ਪੰਜ ਜਿਹੜੇ ਸਾਡੇ ਦੱਸੇ ਗਏ ਦੁਸ਼ਮਣ, ਜਿਹੜੀ ਤਪੱਸਿਆ ਕਰਦੇ ਆ ਉਹ ਆਪਣੇ ਆਪ ਨੂੰ ਕੰਟਰੋਲ ਕਰਨ ਦੇ ਵਾਸਤੇ, ਜਾਂ ਹਠ ਯੋਗ ਹੈ ਉਹ ਵੀ ਆਪਣੇ ਇਹਨਾਂ ਇੰਦਰੀਆਂ ਨੂੰ ਕੰਟਰੋਲ ਕਰਨ ਦੇ ਵਾਸਤੇ ਹੀ ਕਰਦੇ ਨੇ। ਪਰ ਗੁਰੂ ਸਾਹਿਬਾਨ ਦਾ ਇਹ ਸਿਧਾਂਤ ਹੈ ਕਿ ਇਹ ਜਿਹੜੇ ਹੈਗੇ ਨੇ ਨਾ, ਮਤਲਬ ਤੁਹਾਡੀਆਂ ਗਿਆਨ ਇੰਦਰੀਆਂ ਨੇ ਜਾਂ ਤੁਹਾਡੀਆਂ ਇਹ ਹੈਗੇ ਨੇ ਪੰਜੋ ਤੁਹਾਡੇ ਉਹ ਨੇ, ਇਹਨਾਂ ਨੂੰ ਇਸ ਤਰ੍ਹਾਂ ਕਠਨ ਤਪੱਸਿਆ ਦੇ ਨਾਲ ਕੰਟਰੋਲ ਨਹੀਂ ਕੀਤਾ ਜਾ ਸਕਦਾ। ਜਦੋਂ ਵੀ ਕੋਈ ਮੌਕਾ ਆਊਗਾ ਇਹ ਵਿਚਲਿਤ ਹੋ ਸਕਦੇ ਆ, ਤੇ ਪਰ ਇਹਨਾਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕਦਾ ਹੈ, ਇਹਨਾਂ ਨੂੰ ਸੁਧਾਰਿਆ ਜਾ ਸਕਦਾ। ਤੇ ਇਹ ਸੁਧਾਉਣ ਦੇ ਲਈ ਉਹਨਾਂ ਨੇ ਜਿਹੜਾ ਮੈਥਡ ਦੱਸਿਆ, ਉਹ ਚਾਹੇ ਨਾਮ ਸਿਮਰਨ ਦਾ, ਚਾਹੇ ਭਗਤੀ ਕਰਨ ਦਾ, ਬਾਣੀ ਪੜ੍ਹਨ ਦਾ, ਤੇ ਆਪਣੇ ਆਪ ਨੂੰ ਸੇਧ ਦੇਣ ਦਾ, ਤੇ ਉਹ ਦੱਸੀ ਹੈ ਸੰਗਤ ਦੱਸੀ ਹੈ। ਇਸੇ ਕਰਕੇ ਕਲੈਕਟਿਵ ਮੈਥਡ ਹੈ ਜਿਹੜਾ, ਉੱਦਾਂ ਜੇ ਆਪਾਂ ਅੱਜ ਕੱਲ੍ਹ ਦੇ ਵਿਗਿਆਨਕ ਉਹਦੇ ਤੇ ਤੌਰ ਤੇ ਦੇਖੀਏ ਤਾਂ ਕਲੈਕਟਿਵ ਮੈਥਡ ਹੈ ਜਿਹੜਾ ਦਿੱਤਾ ਉਹਨਾਂ ਨੇ ਸਮਾਜ ਦੇ ਵਿੱਚ ਜਿਉਣ ਦਾ, ਕਿ ਕਿਸ ਤਰ੍ਹਾਂ ਤੁਸੀਂ ਜਿਉਣਾ ਹੈ ਨਾ। ਸੰਗਤ ਵੀ ਉਸੇ ਦਾ ਵੈਸੇ ਵੀ ਡਾਕਟਰ ਸਾਹਿਬ ਜਿੱਦਾਂ ਕਲਾਸ 'ਚ ਬਹਿ ਕੇ ਬੰਦਾ ਜੋ ਸਿੱਖਦਾ, ਇੱਕ ਟੀਚਰ ਕਰ ਰਿਹਾ ਜਾਂ ਕੋਈ ਇੱਕ ਬੰਦਾ ਪ੍ਰਚਾਰਕ ਕੋਈ ਬੋਲ ਰਿਹਾ, ਤੇ ਬਾਕੀ ਸੰਗਤ ਰੂਪੀ ਜਾਂ ਸਟੂਡੈਂਟ ਰੂਪੀ ਜੋ ਲੋਕ ਬੈਠੇ ਉਹ ਵੀ ਸੰਗਤ ਹੀ ਹੈ ਕਿਸਮ ਦੀ, ਜੇ ਆਪਾਂ ਉਸ ਹਿਸਾਬ ਨਾਲ ਵੇਖੀਏ, ਉਹਦੇ ਵਿੱਚ ਵੀ ਬੰਦਾ ਜ਼ਿਆਦਾ ਸਿੱਖਦਾ ਹੈ, ਬਸ਼ਰਤੇ ਕਿ ਉਹ ਇਕੱਲਾ ਬਹਿ ਕੇ ਕੋਈ ਚੀਜ਼ ਨੂੰ ਪੜ੍ਹਦਾ ਰਹੇ ਜਾਂ ਉਹਦੇ ਬਾਰੇ ਅਭਿਆਸ ਕਰਦਾ ਰਹੇ। ਮੇਰੇ ਖਿਆਲ 'ਚ ਗੁਰੂ ਸਾਹਿਬ ਨੇ ਤਾਂ ਮਤਲਬ ਫਿਰ ਇਹ ਵੀ ਵਿਆਖਿਆ ਕੀਤੀ ਹੈ, ਇਹ ਨਹੀਂ ਹੈ ਵੀ ਹਾਂ ਜੀ ਤੁਸੀਂ ਕਲੈਕਟਿਵਲੀ ਇਕੱਠੇ ਹੋ ਕੇ ਤੁਸੀਂ ਅਰਦਾਸ ਕਰਨੀ ਹੈ, ਇਕੱਠਿਆਂ ਹੋ ਕੇ ਨਾਮ ਜਪਣਾ। ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਵੀ ਹਰ ਤਰ੍ਹਾਂ ਦੇ ਇਕੱਠ ਨੂੰ ਤੁਸੀਂ ਸੰਗਤ ਨਹੀਂ ਕਹਿ ਸਕਦੇ। ਮਤਲਬ ਗੁਰੂ ਨਾਨਕ ਹੀ ਕਹਿੰਦੇ ਨੇ, ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਖਾਣੀਐ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਨਾ ਗੁਰੂ ਦੀ ਸੰਗਤ ਦੇ ਵਿੱਚ ਜਿੱਥੇ ਗੁਰਮੁਖ ਬੰਦੇ ਇਕੱਠੇ ਹੁੰਦੇ ਨੇ, ਜਿਹੜੇ ਗੁਰੂ ਦੇ ਅਨੁਸਾਰ ਹੀ ਚੱਲਣ ਵਾਲੇ ਨੇ, ਤੇ ਜਿੱਥੇ ਅਕਾਲ ਪੁਰਖ ਦਾ ਨਾਮ ਸਿਮਰਨ ਕੀਤਾ ਜਾਂਦਾ, ਉਹਦਾ ਨਾਮ ਜਪਿਆ ਜਾਂਦਾ, ਤੇ ਅਜਿਹੀ ਜਿਹੜਾ ਇਕੱਠ ਹੈ ਉਹਨੂੰ ਸਤ ਸੰਗਤ ਕਿਹਾ। ਉੱਥੇ ਤੇ ਉਹ ਚਾਹੇ ਸੇਵਾ ਦਾ ਵੀ ਹੈਗਾ, ਸੇਵਾ ਵੀ ਇੰਡੀਵਿਜੂਅਲ ਨਹੀਂ ਹੈ, ਐ ਨਹੀਂ ਹੈ ਵੀ ਵਿਅਕਤੀਗਤ ਰੂਪ 'ਚ ਤੁਸੀਂ ਕਰਨੀ ਹੈ, ਉਹ ਵੀ ਕਲੈਕਟਿਵਲੀ ਕਰਦੇ ਹਾਂ ਅਸੀਂ, ਭਾਵੇਂ ਲੰਗਰ ਦੇ ਵਿੱਚ ਕਰਨੀ ਹੈ ਜਾਂ ਕਿਤੇ ਹੋਰ ਵੀ ਕਰਨੀ ਹੈ। ਮਤਲਬ ਜਿਹੜਾ ਹੈਗਾ ਵੀ ਇਹਨੂੰ ਆਪਾਂ ਇਸ ਤਰ੍ਹਾਂ ਵੀ ਸੋਚ ਸਕਦੇ ਹਾਂ ਕਿ ਕਲੈਕਟਿਵ ਜਿਹੜੀਆਂ ਐਫਰਟਸ ਨੇ ਉਹ ਹਮੇਸ਼ਾ ਗੁੱਡ ਹੁੰਦੀਆਂ ਨੇ। ਤੇ ਜਿੱਥੋਂ ਤੱਕ ਆਪਣੇ ਕਰੈਕਟਰ ਨੂੰ ਬਣਾਉਣ ਦੀ ਗੱਲ ਹੈਗੀ ਹੈ, ਉਹ ਵੀ ਹੈ, ਕਿਉਂਕਿ ਸਤ ਸੰਗਤ ਦੇ ਵਿੱਚ ਜਦੋਂ ਮਨੁੱਖ ਜਾਊਗਾ ਤਾਂ ਉਹ ਆਪਣੇ ਮਨ ਦੀ ਹਮ ਹੈ। ਗੁਰਬਾਣੀ ਦੇ ਵਿੱਚ ਨਾ ਆਦਰਸ਼ ਦਿੱਤਾ ਜਪਜੀ ਸਾਹਿਬ ਦੇ ਵਿੱਚ, ਕੀ ਆਦਰਸ਼ ਦਿੱਤਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਕਿ ਝੂਠ ਦੀ ਗੰਧ ਕਿਵੇਂ ਹਟਣੀ ਹੈ ਤੇ ਤੁਸੀਂ ਸਚਿਆਰ ਕਿਵੇਂ ਬਣਨਾ। ਸੱਚ ਜਾਂ ਸੱਤ ਹੈ ਜਿਹੜਾ, ਉਹ ਜਿਹੜੀ ਉਹ ਮੂਲ ਮੰਤਰ ਦੇ ਵਿੱਚ ਵਿਆਖਿਆ ਕੀਤੀ, ਉਹ ਪਰਮਾਤਮਾ ਦੀ ਇੱਕ ਕੁਆਲਿਟੀ ਵੀ ਹੈ, ਤੇ ਉਹਨੂੰ ਉਸ ਕੁਆਲਿਟੀ ਨੂੰ ਪਾਉਣਾ, ਉਹਦੇ ਵਰਗਾ ਹੋਣਾ, ਜਿਹੜਾ ਸਚਿਆਰ ਹੋਣਾ, ਉਹ ਆਦਰਸ਼ ਰੱਖ ਦਿੱਤਾ। ਤੇ ਆਦਰਸ਼ ਉਸ ਦੀ ਪ੍ਰਾਪਤੀ ਦੇ ਵਿੱਚ ਹਉਮੈ ਉਹਦੇ ਵਿੱਚ ਹੈਗੀ ਹੈ, ਰੁਕਾਵਟ ਹੈ। ਤੇ ਹਉਮੈ ਕਿੱਥੋਂ ਦੂਰ ਹੋਣੀ ਹੈ? ਕਿਉਂਕਿ ਜਦੋਂ ਤੁਸੀਂ ਦੂਸਰਿਆਂ ਦੀ ਸੰਗਤ ਦੇ ਵਿੱਚ ਜਾਂਦੇ ਹੋ, ਉਹਨਾਂ ਵਿੱਚੋਂ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਹੋ ਜਾਂ ਗੁਰੂ ਦੇ ਉਪਦੇਸ਼ ਦੇ ਮਗਰ ਚੱਲਦੇ ਹੋ, ਤੇ ਉੱਥੇ ਤੁਸੀਂ ਹਉਮੈ ਦਾ ਤਿਆਗ ਕਰਕੇ, ਸੋ ਇਹਦੇ ਵਿੱਚ ਆਪਾਂ ਸਮਰਪਣ ਕਰਨਾ। ਡਾਕਟਰ ਸਾਹਿਬ ਇੱਕ ਸ਼ਬਦ ਆਪਾਂ ਵਰਦੇ ਇਕੱਲਾ ਸੰਗਤ, ਇੱਕ ਸ਼ਬਦ ਤੁਸੀਂ ਵਰਦੇ ਸਤ ਸੰਗਤ। ਸਤ ਸੰਗਤ ਕਿਹਨੂੰ ਕਹਿੰਦੇ ਆ? ਕੀ ਇਹਦੇ ਵਿੱਚ ਵੀ ਕੋਈ ਵਖਰੇਵਾ ਹੈ ਕਿ ਇੱਕ ਸੰਗਤ ਹੈ, ਇੱਕ ਸਤ ਸੰਗਤ ਹੈ, ਜਾਂ ਕੂੜ ਦੀ ਸੰਗਤ ਵੀ ਹੈ ਕੋਈ?
ਦੇਖੋ ਸਤ ਸੰਗਤ ਅਸਲ 'ਚ ਤਾਂ ਸੰਗਤ ਉਹੀ ਹੈ ਜਿੱਥੇ ਗੁਰਮੁਖ ਪੁਰਖ ਨੇ ਜਿਹੜੇ ਉਹ ਇਕੱਠੇ ਹੁੰਦੇ ਨੇ, ਜਾਣੀ ਤੁਸੀਂ ਇਹ ਕਹਿ ਲਓ ਵੀ ਜਿਹੜੇ ਗੁਰੂ ਦੇ ਰਾਹ ਦੇ ਉੱਤੇ ਚੱਲਣ ਵਾਲੇ ਨੇ ਜਾਂ ਚੱਲਣਾ ਲੋਚਦੇ ਨੇ, ਹਨਾ। ਤੇ ਸਤ ਸੰਗਤ ਵੀ ਨਹੀਂ, ਜੇ ਕਿਸੇ ਹੋਰ ਚੰਗੇ ਕਾਜ ਲਈ ਕਾਫੀ ਲੋਕ ਜੁੜ ਬੈਠੇ ਹੋਣ, ਮਤਲਬ ਸਮਝੋ ਕੋਈ ਚੰਗਾ ਕਾਜ ਆਪਾਂ ਸੋਚ ਲਈਏ ਵੀ ਚੰਗੇ ਕੰਮ ਲਈ ਇਕੱਠੇ ਹੁੰਦੇ ਹੋ, ਤੁਸੀਂ ਜ਼ਰੂਰੀ ਨਹੀਂ ਹੈ ਉਹਨੂੰ ਆਪਾਂ ਸੰਗਤ ਕਹਿ ਸਕਦੇ ਆ, ਜਾਂ ਕੱਲੀ ਰੱਬ ਦਾ ਨਾਮ ਜਪਣ ਲਈ, ਸਿਮਰਨ ਕਰਨ ਲਈ ਗੁਰਦੁਆਰੇ 'ਚ ਬੈਠੀ ਨੂੰ ਸੰਗਤ ਕਹਿ ਸਕਦੇ ਆ। ਜਦੋਂ ਤੁਸੀਂ ਕੋਈ ਵੀ ਚੰਗਾ ਪਰਪਸ ਲੈ ਕੇ ਇਕੱਠੇ ਹੁੰਦੇ ਹੋ, ਉਹ ਵੀ ਸੰਗਤ ਹੀ ਹੈ। ਤਾਂ ਅਸੀਂ ਜੇ ਕੋਈ ਡਿਸੀਜਨ ਲੈਂਦੇ ਉਹ ਕਹਿੰਦੇ ਸੰਗਤੀ ਰੂਪ ਦੇ ਵਿੱਚ ਫੈਸਲਾ ਲਵੋ, ਹਨਾ। ਮੈਂ ਛੋਟੇ ਜਿਹੜੇ ਮੇਰੇ ਸਵਾਲ ਆਉਂਦੇ ਮੈਂ ਤਾਂ ਤੁਹਾਨੂੰ ਪੁੱਛਦਾ ਡਾਕਟਰ ਸਾਹਿਬ, ਜਿੱਦਾਂ ਹੁਣ ਵੇਖੋ ਤੀਰਥਾਂ ਤੇ ਜਾਂਦੇ ਆ, ਮੱਸਿਆ ਮੇਲੇ ਲੱਗਦੇ ਆ, ਤੇ ਉੱਥੇ ਜਿਹੜੇ ਬੁਲਾਰੇ ਆਉਂਦੇ ਆ ਉਹਨਾਂ ਸੰਬੋਧਨ ਕਰਨ ਲੱਗਿਆ ਉਹ ਵੀ ਇਹੋ ਸ਼ਬਦ ਕਹਿੰਦੇ ਆ ਕਿ ਸੰਗਤ ਨੂੰ ਸਾਧ ਸੰਗਤ ਕਹਿ ਦਿੰਦੇ ਆ। ਕੀ ਉਹ ਵਾਕਈ ਮਤਲਬ ਇਹ ਹੈ ਕਿ ਮੈਂਟਲੀ ਜਿਹੜੇ ਤੁਹਾਡੇ ਮਤਲਬ ਮਾਨਸਿਕ ਤੁਹਾਡੀ ਹੈਗੀ ਹੈ ਨਾ ਪ੍ਰਕਿਰਿਆ ਕਹਿ ਲਓ, ਜਾਂ ਤੁਹਾਡੀ ਮਾਨਸਿਕ ਸਥਿਤੀ ਹੈ ਜਿਹੜੀ, ਉਹ ਇੱਕ ਸਾਧ ਵਾਲੀ ਹੈ। ਸਾਧ ਕੀ ਹੁੰਦਾ? ਸਾਧ ਹੈ ਜਿਹੜਾ ਆਪਣੇ ਸਾਧਿਆ ਹੋਇਆ ਜਿਹਨੇ ਆਪਣੀਆਂ ਜਿਹੜੀਆਂ ਹੈਗੀਆਂ ਨੇ ਮਾਨਸਿਕ ਰੁਚੀਆਂ ਨੇ ਜਾਂ ਮਾਨਸਿਕ ਕਿਰਿਆਵਾਂ ਨੇ ਉਹਨੂੰ ਆਪਣੇ ਕਾਬੂ ਦੇ ਵਿੱਚ ਕੀਤਾ ਹੋਇਆ, ਟ੍ਰਾਂਸੈਂਡੈਂਟ ਸੋਲ ਹੈ ਜਿਹੜੀ, ਹੈ ਨਾ। ਸਾਧ ਕੋਈ ਇਹ ਨਹੀਂ ਹੈ ਵੀ ਭਗਵੇਂ ਕੱਪੜੇ ਪਾ ਕੇ ਤੁਸੀਂ ਜਾਂ ਮੰਗਣ ਚੜ੍ਹ ਪਓ, ਉਹ ਸਾਧ ਨੇ, ਨਾ। ਸਾਧ ਉਹ ਨੇ, ਸਾਧ ਬਿਰਤੀ ਹੈ। ਇਹ ਇੱਕ ਬਿਰਤੀ ਹੈ, ਐਟੀਟਿਊਡ ਦੁਨੀਆ ਦੇ ਪ੍ਰਤੀ ਜਿਹੜਾ ਤੁਹਾਡਾ ਤਿਆਗ ਦੀ ਭਾਵਨਾ ਨੇ, ਡਿਟੈਚਡ ਹੈ, ਤਿਆਗ ਵਾਲਾ ਹੈ, ਉਹ ਆਪਾਂ ਸਮਰਪਣ ਵਾਲਾ ਹੈ ਨਾ। ਤੇ ਇਸ ਕਰਕੇ ਉਹਨੂੰ ਸਾਧ ਸੰਗਤ ਜਾਂ ਸਤ ਸੰਗਤ ਅਸੀਂ ਕਹਿੰਦੇ ਹਾਂ। ਕਿਉਂਕਿ ਹੁਣ ਗੁਰੂ ਸਾਹਿਬ ਇਹੀ ਕਹਿੰਦੇ ਨੇ ਵੀ ਕਿਹੋ ਜਿਹੀ ਸੰਗਤ? ਸਤ ਸੰਗਤ ਮੈਂ ਨਾਮ ਹਰ ਉਪਜੈ ਜਾਂ ਸਤਿਗੁਰ ਮਿਲੈ ਸੁਭਾਏ। ਜਿੱਥੇ ਤੁਹਾਨੂੰ ਸਹਿਜ ਭਾਅ ਦੇ ਵਿੱਚ ਹੀ ਪਰਮਾਤਮਾ ਹੈ ਜਿਹੜਾ ਉਹ ਮਿਲਦਾ, ਸਹਿਜ ਭਾਅ ਦੇ ਵਿੱਚ ਤੁਸੀਂ ਨਾਮ ਜਪਦੇ ਹੋ। ਮਨ ਤਨ ਅਰਪੀ ਆਪ ਗਵਾਈ ਚੱਲਾ ਸਤਿਗੁਰ ਭਾਏ। ਕਿਸ ਕਿਸਮ ਦੀ ਸਤ ਸੰਗਤ ਕਿਹੜੀ ਹੋਊਗੀ? ਉਹ ਹੋਊਗੀ ਜਿੱਥੇ ਤੁਸੀਂ ਆਪਣਾ ਮਨ ਤੇ ਤਨ ਤੁਸੀਂ ਸਮਰਪਿਤ ਕਰਦੇ ਹੋ ਗੁਰੂ ਨੂੰ। ਆਪਣੀ ਹਉਮੈ ਗਵਾਤੀ, ਆਪਣਾ ਆਪ ਗਵਾਇਆ, ਆਪਣੀ ਹਉਮੈ ਗਵਾਤੀ। ਸਰੀਰਕ ਤੌਰ ਤੇ ਵੀ ਤੁਸੀਂ ਆਪਣਾ ਮਤਲਬ ਸਿਰ ਝੁਕਾਉਂਦੇ ਹੋ, ਤੇ ਮਾਨਸਿਕ ਤੌਰ ਤੇ ਵੀ ਤੁਸੀਂ ਉਹਦੇ ਵਿੱਚੋਂ ਆਪਾ ਭਾਵ ਹੈ ਜਿਹੜਾ ਉਹ ਗਵਾ ਦੇਣਾ। ਫਿਰ ਜੋ ਸਤਿਗੁਰ ਨੇ ਰਸਤਾ ਦੱਸਿਆ ਉਹਦੇ ਉੱਤੇ ਚੱਲਣਾ। ਸੋ ਇਹ ਫਿਰ ਕੀ ਹੈ? ਸਤ ਬਿਹਾਰੀ ਇੱਥੇ ਇੱਕ ਜਦੋਂ ਬਾਣੀ ਦੀ ਵਿਆਖਿਆ ਕਰਦੇ ਆ, ਇਹਦੇ ਵਿੱਚ ਇਦਾਂ ਲੱਗਦਾ ਹੈ ਕਿ ਜਿੱਦਾਂ ਸੰਗਤ ਬੈਠੀ ਆ ਸਾਹਮਣੇ, ਗੁਰੂ ਸਾਹਿਬ ਵੀ ਬੈਠੇ ਆ, ਉਹਨਾਂ ਅੱਗੇ ਅਸੀਂ ਆਪਾਂ ਸਮਰਪਿਤ ਕਰ ਦਿੱਤਾ। ਮਤਲਬ ਕਿ ਸੰਗਤ ਜਿਹੜੀ ਆ ਉਹ ਬਰਾਬਰ ਦੇ ਲੋਕਾਂ ਦੀ ਵੀ ਹੋ ਸਕਦੀ ਆ, ਜਾਂ ਉਹਨਾਂ ਦੇ ਵਿੱਚ ਇੱਕ ਐਸਾ ਵਿਅਕਤੀ ਜਿਹੜਾ ਗੁਰੂ ਦਾ ਰੁਤਬਾ ਰੱਖਦਾ ਹੋਵੇ ਜਾਂ ਦੂਜੇ ਆਮ ਸ਼ਖਸ ਤੋਂ ਵੱਖਰੀ ਸ਼ਖਸੀਅਤ ਹੋਵੇ, ਉਹਦਾ ਸ਼ਾਮਲ ਹੋਣਾ ਜ਼ਰੂਰੀ ਹੈ। ਦੇਖੋ ਜਦੋਂ ਗੁਰੂ ਸਾਹਿਬ ਫਿਜ਼ੀਕਲ ਰੂਪ ਦੇ ਵਿੱਚ ਪ੍ਰੈਜ਼ੈਂਟ ਨੇ, ਹੈ ਨਾ, ਤੇ ਉਹਦੇ ਕੋਲ ਚੱਲ ਕੇ ਜਾਂਦੇ ਆ। ਤੇ ਹੁਣ ਅਸੀਂ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾਂਦੇ ਆ, ਲੜ ਲੱਗਦੇ ਆ, ਤੇ ਉਹ ਭਾਵੇਂ ਪ੍ਰੈਜ਼ੈਂਸ ਹੋਵੇ ਚਾਹੇ ਨਾ ਹੋਵੇ, ਉਹ ਇੱਕ ਭਾਵਨਾ ਜਿਹੜੀ ਹੈਗੀ ਹੈ ਮਤਲਬ ਗੁਰੂ ਦੇ ਰਸਤੇ ਉੱਤੇ ਚੱਲਣ ਵਾਲੀ, ਉਹ ਤੇ ਕਾਇਮ ਰਹਿਣੀ ਚਾਹੀਦੀ ਹੈ ਨਾ। ਉਹ ਤੇ ਕਾਇਮ ਹੈ ਉੱਥੇ, ਤੇ ਤਾਂ ਹੀ ਇਹ। ਅੱਛਾ, ਮੇਰੇ ਕਹਿਣ ਦਾ ਭਾਵ ਇਹ ਸੀ ਕਿ ਜੇ ਗੁਰੂ ਸਾਹਿਬ ਦੇ ਅੱਜ ਦਾ ਜਿਹੜਾ ਸਰੂਪ ਹੈ, ਆਪਣੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਅਸੀਂ ਆਪਣੇ ਗੁਰੂ ਮੰਨਦੇ ਹਾਂ, ਉਹਨਾਂ ਦਾ ਪ੍ਰਕਾਸ਼ ਨਹੀਂ ਵੀ ਹੋਇਆ ਤਾਂ ਵੀ ਕੁਝ ਇਕੱਠ ਚੰਗੇ ਧਰਮ ਦੀ ਗੱਲ ਕਰਨ ਵਾਲੇ ਲੋਕ ਉਹ ਸੰਗਤ ਹੋ ਸਕਦੀ ਹੈ। ਗੱਲ ਕਰ ਰਹੇ ਹੋ ਤੁਸੀਂ, ਕਿਸੇ ਨਾਮ ਦੀ ਗੱਲ ਕਰ, ਕੋਈ ਵੀ ਚੰਗੀ ਮਤਲਬ ਕੋਈ ਜ਼ਰੂਰੀ ਨਹੀਂ ਹੈ ਕਿ ਗੁਰੂ ਦੀ ਹਾਜ਼ਰੀ ਵਿੱਚ ਬੈਠੇ ਲੋਕ ਹੀ ਸੰਗਤ ਹੋ ਸਕਦੇ ਆ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਹੋਣ ਵੀ ਜੁੜ ਸਕਦੀ ਹੈ। ਵੈਸੇ ਤਾਂ ਗੁਰੂ ਨੂੰ ਆਪਾਂ ਜਿੱਥੇ ਵੀ ਬੈਠੇ ਆ, ਚਾਹੇ ਉੱਥੇ ਸਰੀਰਕ ਰੂਪ ਦੇ ਵਿੱਚ ਜਾਂ ਕਹਿ ਲਈਏ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉੱਥੇ ਹੈ ਕਿ ਨਹੀਂ ਹੈ, ਉੱਦਾਂ ਤਾਂ ਸਤ ਸੰਗਤ ਉਹੀ ਗਿਣੀ ਜਾਂਦੀ ਹੈ ਜਿੱਥੇ ਆਪਾਂ ਮਹਾਰਾਜ ਦੀ ਹਜ਼ੂਰੀ 'ਚ ਬੈਠਦੇ ਹਾਂ, ਗੁਰੂ ਦੇ ਸਨਮੁਖ। ਪਰ ਵਿਦਆਊਟ ਉਹਨਾਂ ਦੀ ਹਾਜ਼ਰੀ ਦੇ ਵੀ ਅਸੀਂ ਆਪਣੇ ਆਪ ਨੂੰ ਮੰਨਦੇ ਹਾਂ ਨਾ ਜਦੋਂ ਉਸ ਰਸਤੇ ਦੇ ਉੱਤੇ ਚੱਲਦੇ ਹਾਂ, ਤਾਂ ਕੁਦਰਤੀ, ਕਿਉਂਕਿ ਉਹ ਤਾਂ ਹਰ ਇੱਕ ਥਾਂ ਦੇ ਉੱਤੇ ਵੱਸਦਾ ਹਰ ਜੀ ਦੇ ਵਿੱਚ। ਮਤਲਬ ਵੈਸੇ ਡਾਕਟਰ ਸਾਹਿਬ ਹੁਣ ਤੇ ਇੰਨਾ ਕਈ ਵਾਰ ਸ਼ਬਦ ਜਿਹੜੇ ਆ ਵਰਤੋਂ 'ਚ ਆਉਣ ਲੱਗ ਜਾਂਦੇ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਤੀਰਥਾਂ 'ਚ ਮੱਸਿਆ ਗਏ, ਮੇਲਿਆਂ 'ਚ ਗਏ ਲੋਕ ਸੰਗਤ ਹੋ ਸਕਦੇ ਕਿ ਨਹੀਂ, ਮੈਂ ਇਹ ਜਾਣਨਾ ਚਾਹਿਆ ਸੀ। ਹੁਣ ਤੇ ਇਦਾਂ ਦਾ ਤੁਸੀਂ ਸਪੋਜ਼ ਕੀਤਾ ਮੇਲੇ ਦੇ ਰੂਪ 'ਚ ਤੁਰ ਫਿਰ ਰਹੇ ਹੋ ਉੱਥੇ ਉਹ ਸਤ ਸੰਗਤ ਨਹੀਂ ਹੈ, ਉਹ ਨਹੀਂ ਹੈ ਸੰਗਤ। ਜੋ ਤੁਸੀਂ ਇੱਕ ਥਾਂ ਦੇ ਉੱਤੇ ਬੈਠੇ ਹੋ, ਜੁੜ ਕੇ ਬੈਠੇ ਹੋ ਕਿਸੇ ਆਪਣੇ ਮਤਲਬ ਪਰਪਸ ਨੂੰ ਲੈ ਕੇ, ਇੱਕ ਨਹੀਂ ਪਰਪਸ ਜੀ। ਤੇ ਹੁਣ ਇਲੈਕਸ਼ਨ ਦੀਆਂ ਰੈਲੀਆਂ ਹੁੰਦੀਆਂ, ਉਹਨਾਂ ਨੂੰ ਵੀ ਲੋਕ ਸੰਗਤ ਹੀ ਕਹਿ ਦਿੰਦੇ ਆ। ਅਕਾਲੀ ਦਲ ਦੇ ਲੀਡਰ ਆ ਕੇ ਜਾਂ ਉਹ ਧਾਰਮਿਕ ਬਿਰਤੀ ਦੇ ਪੋਲਿਟਿਕਸ ਆ ਗਈ ਹੋਈ ਹੈ ਨਾ, ਉਹਨੂੰ ਅਸੀਂ ਮਤਲਬ ਹੁਣ ਗੁਰੂ ਗੋਬਿੰਦ ਸਿੰਘ ਆਪਾਂ ਸੁਣਦੇ ਆਏ ਆ ਨਾ ਕਿ ਗੁਰੂ 20 ਵਿਸਵੇ ਸੰਗਤ 21 ਵਿਸਵੇ। ਹਾਂਜੀ, ਤੇ ਗੁਰੂ ਹੈ ਜਿਹੜਾ ਉਹ ਸੰਗਤ ਦੇ ਵਿੱਚ ਵਸ ਰਿਹਾ। ਸੰਗਤ 21 ਵਿਸਵੇ ਕਿਉਂ ਹੈ? ਕਿਉਂਕਿ 20 ਵਿਸਵੇ ਜਿਹੜਾ ਗੁਰੂ ਹੈ ਉਹ ਸੰਗਤ ਦੇ ਮਨਾਂ ਦੇ ਵਿੱਚ ਵਸ ਰਿਹਾ ਹੈ, ਤਾਂ ਸੰਗਤ 21 ਵਿਸਵੇ ਹੈ। ਜੇ ਗੁਰੂ ਤੁਹਾਡੇ ਮਨਾਂ ਦੇ ਅੰਦਰ ਨਹੀਂ ਵਸ ਰਿਹਾ, ਗੁਰੂ ਦਾ ਸ਼ਬਦ ਤੁਹਾਡੇ ਮਨ ਦੇ ਅੰਦਰ ਨਹੀਂ ਵਸ ਰਿਹਾ,
ਫਿਰ ਸੰਗਤ ਉਹ ਸੰਗਤ ਨਹੀਂ ਹੈ, ਉਹਦਾ ਇਕੱਠ ਹੈ, ਲੋਕਾਂ ਦਾ ਇਕੱਠ, ਭੀੜ। ਜੇ ਕੋਈ ਆਪਣੇ ਆਪ ਫੈਸਲਾ ਕਰ ਦਿੰਦੇ ਜਿਹੜੀ ਗੁਰੂ ਦੀ ਸਿੱਖਿਆ ਦੇ ਅਨੁਕੂਲ ਨਹੀਂ, ਉਹਨੂੰ ਹੀ ਸੰਗਤ ਨਹੀਂ ਸਮਝਦੇ। ਸੰਗਤੀ ਫੈਸਲਾ ਨਹੀਂ ਹੈ, ਉਹਨੂੰ ਸੰਗਤੀ ਫੈਸਲਾ ਉਹ ਨਹੀਂ ਕਹਿ ਸਕਦੇ। ਸੰਗਤ ਜਦੋਂ ਹਾਜ਼ਰ ਨਾਜ਼ਰ ਸਮਝ ਕੇ ਉਹਨੂੰ, ਅਸੀਂ ਭਾਵੇਂ ਹਾਜ਼ਰ ਹੈ ਚਾਹੇ ਨਹੀਂ ਹੈ, ਜਦੋਂ ਅਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੋਈ ਵੀ ਗੱਲ ਕਰਦੇ ਆ, ਉਹ ਸੰਗਤੀ ਹੈ ਫੈਸਲਾ। ਇਹ ਹੈ ਕਹਿਣ ਤੋਂ ਮੇਰਾ ਮਤਲਬ। ਤੇ ਹੁਣ ਉੱਥੇ ਸੰਗਤ ਦੇ ਵਿੱਚ ਹੁੰਦਾ ਕੀ ਹੈ, ਸੰਗਤ ਦੇ ਵਿੱਚ ਜਾ ਕੇ ਤੁਸੀਂ ਚੰਗੇ ਗੁਣ ਗ੍ਰਹਿਣ ਕਰਦੇ ਹੋ, ਹੈ ਨਾ, ਜਿਹੜੇ ਜੋ ਤੁਸੀਂ ਕਈ ਵਾਰੀ ਇੰਡੀਵਿਜੂਅਲ ਲੈਵਲ ਤੇ ਨਹੀਂ ਵੀ ਜਿਹੜੀਆਂ ਗੱਲਾਂ ਕਰ ਸਕਦੇ ਹੋ, ਤੁਸੀਂ ਦੂਜਿਆਂ ਕੋਲੋਂ ਸਿੱਖਦੇ ਹੋ। ਸੰਗਤ ਦੇ ਵਿੱਚ ਜਾਂਦੇ ਹੀ ਇਸ ਕਰਕੇ ਆ, ਜਿਵੇਂ ਹੁਣ ਭਾਈ ਗੁਰਦਾਸ ਵਿਆਖਿਆ ਕਰਦੇ ਆ, ਮੈਂ ਉਹ ਨੋਟ ਤਾਂ ਨਹੀਂ ਕਰ ਸਕੀ, ਇਹ ਲਿਆਂਦਾ ਨਹੀਂ ਕਰਕੇ। ਉਹ ਕਹਿੰਦੇ ਆ ਵੀ ਜੇ ਆਪਣਾ ਚੰਦਨ ਦੇ ਰੁੱਖ ਦੇ ਕੋਲ ਅਰਿੰਡ ਦਾ ਰੁੱਖ ਵੀ ਉੱਗਿਆ ਹੋਵੇ ਜਾਂ ਬਾਂਸ ਦਾ ਰੁੱਖ ਵੀ ਉੱਗਿਆ ਹੋਵੇ, ਉਹਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਂਦੀ ਹੈ, ਉਹਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਂਦੀ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਚੰਗੀ ਸੰਗਤ ਦੇ ਵਿੱਚ ਜਾਂਦੇ ਹੋ ਤਾਂ ਜਿਹੜਾ ਮਨ ਦਾ ਕੋਈ ਕਮਜ਼ੋਰ ਹੈ ਜਾਂ ਆਪਣੀਆਂ ਬਿਰਤੀਆਂ ਦੇ ਅਧੀਨ ਜਿਹੜਾ ਚੱਲ ਰਿਹਾ ਹੈ, ਉਹ ਵੀ ਉੱਥੇ ਸਿੱਖਣ ਦੀ ਕੋਸ਼ਿਸ਼ ਕਰਦਾ। ਉੱਥੇ ਕਿਉਂਕਿ ਇੱਕ ਰਸਤਾ ਦੱਸਿਆ ਜਾਂਦਾ, ਉਸ ਰਸਤੇ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰਦਾ ਬੰਦਾ। ਅੱਛਾ ਡਾਕਟਰ ਸਾਹਿਬ, ਜੇ ਕੁਝ ਮਨੁੱਖ ਇਕੱਠੇ ਹੋ ਜਾਂਦੇ 10 20 15 14 ਜੋ ਵੀ ਆ, ਤੇ ਉਹ ਗੁਰੂ ਨੂੰ ਵੀ ਹਾਜ਼ਰ ਨਾਜ਼ਰ ਜਾਣਦੇ ਜਾਂ ਮਹਾਰਾਜ ਦਾ ਪ੍ਰਕਾਸ਼ ਵੀ ਆ, ਉੱਥੇ ਉਹ ਕੋਈ ਡਿਸਕਸ਼ਨ ਕਰਦੇ ਆ ਕਿਸੇ ਟੌਪਿਕ ਦੇ ਉੱਤੇ, ਮਤਲਬ ਕਿਸੇ ਵੀ ਗੁਰਮਤਿ ਦੇ ਉੱਤੇ ਕਰਦੇ ਆ, ਉਹ ਵੀ ਇੱਕ ਸੰਗਤ ਦਾ ਰੂਪ ਹੀ ਹੈ। ਉਹ ਸੰਗਤ ਦਾ ਰੂਪ ਹੀ ਹੈ। ਜਦੋਂ ਮਤਲਬ ਇਹ ਜ਼ਰੂਰੀ ਨਹੀਂ ਜਾਣ ਕੇ ਕੋਈ ਵੀ ਫੈਸਲੇ, ਮੈਂ 2 ਸਾਲ ਸਾਨੂੰ ਤਾਂ ਫੈਸਲੇ ਨਹੀਂ ਜਿਹੜੇ ਉਹ ਵੀ ਸੰਗਤੀ ਤੌਰ ਤੇ ਹੀ ਲੈਣ ਦਾ ਕਿਹਾ ਹੋਇਆ ਹੈ ਨਾ। ਹਾਂਜੀ। ਇਸ ਕਰਕੇ ਤਾਂ ਕਹਿੰਦੇ ਨਹੀਂ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਦੀ ਗੱਦੀ ਦਿੱਤੀ, ਗੁਰਗੱਦੀ ਦਿੱਤੀ ਆ, ਤੇ ਉਦੋਂ ਉਹਨਾਂ ਨੇ ਕਿਹਾ ਇਹ ਹੈ ਕਿ ਪੰਥ ਨੇ ਜਿਹੜੇ ਫੈਸਲੇ ਕਰਨੇ ਨੇ ਉਹ ਸੰਗਤੀ ਰੂਪ ਗੁਰੂ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਦੀ ਮੱਤ ਦੇ ਅਨੁਸਾਰ ਕਰਨੇ ਨੇ। ਮਤਲਬ ਗੁਰਬਾਣੀ ਤੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਕਰਨੇ। ਤੇ ਜਦੋਂ ਅਸੀਂ ਸੇਧ ਲੈ ਕੇ ਕਰਾਂਗੇ, ਉਹ ਸਾਡੇ ਸੰਗਤੀ ਫੈਸਲੇ ਨੇ ਜਿਹੜੇ ਉਹ ਗੁਰੂ ਅਨੁਸਾਰ ਹੀ ਨੇ। ਉਹ ਮੈਂ ਸਵਾਲ ਤੁਹਾਨੂੰ ਤਾਂ ਪੁੱਛਿਆ ਡਾਕਟਰ ਸਾਹਿਬ, ਕਈ ਵਾਰ ਇਦਾਂ ਹੁੰਦਾ ਕਿ ਦੀਵਾਨ ਲੱਗਾ ਆ, ਹਨਾ, ਕੋਈ ਪ੍ਰਚਾਰਕ ਕਥਾ ਕਰ ਰਿਹਾ ਆ, ਉਹਨੂੰ ਆਪਾਂ ਸੰਗਤ ਮੰਨਦੇ ਆ, ਢਾਡੀ ਆਪਣਾ ਕਰ ਰਿਹਾ ਕੋਈ, ਤੇ ਉਹਨੂੰ ਵੀ ਅਸੀਂ ਸੰਗਤ ਮੰਨ ਲੈਂਦੇ ਆ। ਕੋਈ ਪ੍ਰਵਚਨ ਕਰ ਰਿਹਾ, ਕੋਈ ਮਤਲਬ ਮਹਾਂਪੁਰਖ ਕੋਈ ਜ਼ਿਆਦਾ ਸਾਡੇ ਤੋਂ ਜਾਣਨ ਵਾਲਾ ਕੋਈ ਦੱਸ ਰਿਹਾ, ਉਹਨੂੰ ਵੀ ਸੰਗਤ ਕਹਿੰਦੇ ਆ। ਤੇ ਮੈਂ ਇਹ ਸਵਾਲ ਕੀਤਾ ਸੀ ਕਿ ਕੁਝ ਲੋਕ ਆਪਸ 'ਚ ਵੀ ਡਿਸਕਸ਼ਨ ਕਰਦੇ ਆ, ਮਤਲਬ ਡਿਸਕਸ਼ਨ ਗੁਰਬਾਣੀ ਦੇ ਉੱਤੇ ਹੀ ਕਰ ਰਹੇ ਆ, ਧਰਮ ਉੱਤੇ ਹੀ ਕਰ ਰਹੇ ਆ, ਜਾਂ ਮਤਲਬ ਕਿਸੇ ਚੰਗੇ ਕੰਮ ਲਈ ਕਰ ਰਹੇ ਆ, ਤਾਂ ਉਹ ਵੀ ਸੰਗਤ ਤੇ ਹੋ ਨਹੀਂ, ਉਹ ਜੇ ਕਿਸੇ ਇੱਕ ਪਰਪਸ ਲਈ ਇਕੱਠੇ ਹੋਏ ਆ ਸੰਗਤੀ ਰੂਪ ਦੇ ਵਿੱਚ ਕਿ ਅਸੀਂ ਆਹ ਫੈਸਲਾ ਲੈਣਾ ਤੇ ਗੁਰੂ ਅਨੁਸਾਰੀ ਲੈਣਾ ਹੈ, ਜਾਂ ਮਤਲਬ ਚੰਗੇ ਕੰਮ ਲਈ ਲੈਣਾ, ਉਹ ਕੁਦਰਤੀ ਆ, ਉਹ ਸੰਗਤੀ ਰੂਪ ਹੈ। ਸੰਗਤ, ਹਾਂਜੀ, ਕਿਉਂਕਿ ਜਦੋਂ ਗੁਰੂ ਸਾਹਿਬ ਐਕਸਪਲੇਨ ਕਰਦੇ ਨੇ ਕਿ ਸਤ ਸੰਗਤ ਦੇ ਵਿੱਚ ਜਦੋਂ ਜਾਂਦਾ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਵਿਵੇਕ ਬੁੱਧ ਕੀ ਹੈ? ਡਿਸਕ੍ਰਿਮੀਨੇਟਿਵ ਤੁਹਾਡੀ ਜਿਹੜੀ ਇੰਟੈਲੈਕਟ ਹੈ, ਕਿ ਤੁਸੀਂ ਚੰਗੇ ਤੇ ਬੁਰੇ ਦੇ ਵਿੱਚ ਪਛਾਣ ਕਰ ਸਕਦੇ ਹੋ, ਕੀ ਸਾਡੇ ਲਈ ਠੀਕ ਹੈ, ਕੀ ਨਹੀਂ ਠੀਕ ਹੈਗਾ। ਇਸ ਕਿਸਮ ਦੀ ਜਦੋਂ ਤੁਸੀਂ ਬੁੱਧੀ ਗ੍ਰਹਿਣ ਕਰਦੇ ਹੋ, ਉਹ ਸੰਗਤੀ ਹੈ। ਪਾਰਸ ਪਰਸ ਲੋਹਾ ਕੰਚਨ ਸੋਈ। ਹੁਣ ਪਾਰਸ ਆਪਾਂ ਮੰਨਦੇ ਆ ਨਾ, ਇਹ ਕਹਾਵਤ ਹੈ ਜਾਂ ਮੰਨਿਆ ਜਾਂਦਾ ਕਿ ਪਾਰਸ ਦੇ ਨਾਲ ਜੇ ਸ਼ੋਅ ਪ੍ਰਾਪਤ ਹੋ ਜਾਏ ਤੇ ਉਹ ਵੀ ਸੋ ਇਸ ਤਰ੍ਹਾਂ ਇਹ ਸਤ ਸੰਗਤ ਹੈ ਜਿਹੜੀ ਇਹ ਇਸ ਕਿਸਮ ਦੀ ਚੀਜ਼ ਹੈ ਕਿ ਜਿਹੜਾ ਬੰਦਾ ਨਹੀਂ ਵੀ ਵਧੀਆ ਹੈਗਾ, ਉਹ ਵੀ ਉੱਥੇ ਜਾ ਕੇ ਚੰਗੇ ਮਾਰਗ ਦੇ ਉੱਤੇ ਤੁਰਦਾ। ਤੇ ਯਾਨੀ ਕਿ ਸੰਗਤ ਨੂੰ ਪਾਰਸ ਦੇ ਮੁਤਾਬਕ ਤੁਲਨਾ ਦਿੱਤੀ ਹੈ ਕਿ ਉੱਥੇ ਜਿਹੜਾ ਵੀ ਵਿਅਕਤੀ ਜਾਏਗਾ, ਚਾਹੇ ਉਹਦੇ ਵਿਚਾਰ ਚੰਗੇ, ਗੁਣ ਗ੍ਰਹਿਣ ਕਰਦਾ, ਗੁਣ ਗ੍ਰਹਿਣ ਕਰਦਾ। ਅਸਲ 'ਚ ਤਾਂ ਸਤ ਸੰਗਤ ਉਹੀ ਹੈ, ਜਾਂ ਸੰਗਤ ਉਹੀ ਹੈ ਜਿੱਥੇ ਜਾ ਕੇ ਬੰਦਾ ਔਗੁਣਾਂ ਦਾ ਤਿਆਗ ਕਰਦਾ ਤੇ ਗੁਣ ਨੇ ਜਿਹੜੇ ਉਹਨਾਂ ਨੂੰ ਪ੍ਰਾਪਤ ਕਰਦਾ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਬਾਣੀ ਦੇ ਵਿੱਚ ਗੁਣ ਤੇ ਔਗੁਣ ਵੀ ਆਪਾਂ ਕਰਾਂਗੇ ਕਿਸੇ ਦਿਨ। ਉੱਥੇ ਜਾਂ ਗੁਣ ਹੈ ਬੰਦੇ 'ਚ ਜਾਂ ਉਹ ਔਗੁਣ ਹੈ। ਉੱਥੇ ਮਤਲਬ ਬੁਰਾ ਗੁਣ ਜਾਂ ਕੀ ਇਸ ਕਿਸਮ ਦੀ ਕੋਈ ਉਹ ਨਹੀਂ ਹੈਗੀ, ਹੈਗਾ ਵੀ ਜਾਂ ਤੁਹਾਡੇ ਵਿੱਚ ਗੁਣ ਹੈਗੇ ਨੇ ਜਾਂ ਔਗੁਣ ਨੇ। ਜੇ ਤੁਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਿਹੜੀਆਂ ਬਿਰਤੀਆਂ ਮਤਲਬ ਕੋਈ ਘੱਟ ਚੰਗਾ ਜਾਂ ਵੱਧ ਚੰਗਾ ਨਹੀਂ ਹੋ ਸਕਦਾ। ਜੇ ਚੰਗਾ ਤੇ ਮਤਲਬ ਚੰਗਾ ਹੈ। ਹਾਂਜੀ, ਕੋਈ ਇਹ ਨਹੀਂ ਕਹਿ ਸਕਦੇ ਕਿ ਹੈਗਾ ਚੰਗਾ ਪਰ ਥੋੜਾ ਜਿਹਾ ਘੱਟ, ਇਹ ਨਹੀਂ ਕਹਿ ਸਕਦੇ ਆਪਾਂ। ਨਹੀਂ, ਮੇਰਾ ਮਤਲਬ ਇਹ ਨਹੀਂ ਹੈ। ਮੇਰਾ ਮਤਲਬ ਹੈ ਕਿ ਮਾੜੇ ਗੁਣ ਦੀ ਗੱਲ, ਮਾੜੇ ਗੁਣ ਨਹੀਂ, ਜਾਂ ਤੁਸੀਂ ਜੇ ਤੁਸੀਂ ਗੁਣ ਨਹੀਂ ਗ੍ਰਹਿਣ ਕੀਤੇ ਤੁਸੀਂ ਔਗੁਣੀ ਹੋ, ਜਾਂ ਫਿਰ ਗੁਣ ਨੇ ਜਾਂ ਗੁਣਵਾਨ ਹੋ। ਹਾਂ, ਇਹਨਾਂ ਨੂੰ ਕਰਾਂਗੇ। ਤੇ ਕਿਉਂਕਿ ਸਿੱਖ ਹੈ ਜਿਹੜਾ ਉਹ ਸਤਿਗੁਰੂ ਨਾਲ ਪਿਆਰ ਕਰਦਾ। ਜਿਹੜੇ ਸਤਿਗੁਰੂ ਨਾਲ ਪਿਆਰ ਕਰਦੇ ਨੇ, ਉਹਨਾਂ ਦੀ ਜਿਹੜੀ ਜਦੋਂ ਕਲੈਕਟਿਵ ਥਿੰਕਿੰਗ ਹੈਗੀ, ਜਿਹੜੀ ਕਲੈਕਟਿਵ ਉਹਨਾਂ ਦੀ ਹੈਗਾ
ਪ੍ਰੋਸੈਸ ਹੈ ਉਹ ਸੰਗਤੀ ਹੈ ਪ੍ਰੋਸੈਸ ਹੈਗਾ ਫਿਰ। ਤੇ ਬਾਕੀ ਤੁਹਾਡੇ ਮਨ 'ਚ ਇਹਦੇ ਪ੍ਰਤੀ ਕੋਈ ਵੀ ਸਵਾਲ ਆਉਂਦਾ ਤੁਸੀਂ ਕਰੋ ਡਿਸਕਸ, ਆਪਾਂ ਕਰ ਲੈਂਦੇ। ਨਹੀਂ ਬਿਲਕੁਲ ਇਹ ਚੀਜ਼ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਨਾ ਸੰਗਤ ਦੀ, ਕਿ ਮਤਲਬ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਵੀ ਗੁਰਬਾਣੀ ਚਾਹੁੰਦਾ ਸਤ ਸੰਗਤ ਮਿਲੇ ਸੋ ਤਰਿਆ, ਮਤਲਬ ਸੰਗਤ ਵੀ ਉਹ ਜਿਹੜੀ ਸੱਚ ਨੂੰ ਪ੍ਰਣਾਈ ਹੋਵੇ। ਬਿਲਕੁਲ ਜਿਹੜੇ ਗੁਰੂ ਦਾ ਜੋ ਸਿਧਾਂਤ ਹੈ ਉਹਦੇ ਅਨੁਕੂਲ ਹੋਵੇ। ਹਾਂਜੀ, ਉਹਨੂੰ ਜਿਹੜੀ ਪ੍ਰਣਾਈ ਹੋਈ ਉਹੀ ਹੈ। ਦੇਖੋ ਪਹਿਲੀ ਗੱਲ ਪਾਰ ਬ੍ਰਹਮ ਮੰਨਿਆ ਗਿਆ, ਪਾਰ ਬ੍ਰਹਮ ਇੱਕ ਓਂਕਾਰ ਹੈ। ਗੁਰੂ ਹੈ ਜਿਹੜਾ ਉਹ ਪਾਰ ਬ੍ਰਹਮ ਦਾ ਰੂਪ ਹੈ, ਕਿਉਂਕਿ ਉਹਨੂੰ ਉਹਨਾਂ ਨੇ ਪਾ ਲਿਆ ਹੋਇਆ, ਆਪਣੇ ਅੰਦਰ ਰੀਅਲਾਈਜ਼ ਕਰ ਲਿਆ ਹੋਇਆ, ਅਨੁਭਵ ਕਰ ਲਿਆ ਹੋਇਆ। ਤੇ ਫਿਰ ਜਿਹੜੇ ਉਸ ਪਾਰ ਬ੍ਰਹਮ ਰੂਪ ਗੁਰੂ ਦੇ ਅਸੀਂ ਸਨਮੁਖ ਜਾਂਦੇ ਹਾਂ, ਉਹਦੇ ਰਸਤੇ ਦੇ ਉੱਤੇ ਚੱਲਦੇ ਹਾਂ ਤੇ ਉੱਥੇ ਸ਼ਬਦ ਨੂੰ ਗ੍ਰਹਿਣ ਕਰਦੇ ਹਾਂ, ਉਹ ਫਿਰ ਸਤ ਸੰਗਤ ਬਣਦੀ ਹੈ ਉਹ, ਹੈ ਨਾ। ਤੇ ਇਸ ਕਿਸਮ ਦੇ ਨਾਲ ਮਤਲਬ ਇੱਕ ਰਸਤਾ ਦੱਸਿਆ ਗਿਆ ਕਿ ਉਹ ਫਿਰ ਮਨੁੱਖ ਜਦੋਂ ਸਤ ਸੰਗਤ ਦੇ ਵਿੱਚ ਜਾਂਦਾ ਫਿਰ ਉਹੋ ਜਿਹਾ ਹੋਣ ਦੀ ਉਹ ਕੋਸ਼ਿਸ਼ ਕਰਦਾ। ਸਪੋਜ਼ ਕੀਤਾ ਸਿੱਖ ਹੈ ਜਾਂ, ਕਿਉਂਕਿ ਆਪਣੇ ਤਾਂ ਸਿੱਖ ਧਰਮ ਦੇ ਵਿੱਚ ਤਾਂ ਸਿਧਾਂਤ ਹੀ ਦਿੱਤਾ ਹੋਇਆ ਕਿ ਜੈਸਾ ਸੇਵਾ ਤੈਸੋ ਹੋਏ, ਹੈ ਨਾ। ਜਿਸ ਕਿਸਮ ਦੇ ਇਸ਼ਟ ਦੀ ਤੁਸੀਂ ਆਰਾਧਨਾ ਕਰਦੇ ਹੋ, ਮਨੁੱਖ ਦਾ ਵਿਅਕਤੀਤਵ ਹੈ ਜਿਹੜਾ ਉਹ ਉਸੇ ਕਿਸਮ ਦਾ ਘੜਿਆ ਜਾਂਦਾ। ਸੋ ਜਦੋਂ ਅਸੀਂ ਸੰਗਤ ਦੇ ਵਿੱਚ ਜਾਂਦੇ ਹਾਂ, ਉੱਥੇ ਜਾ ਕੇ ਹੁਣ ਸੇਵਾ ਦੀ ਭਾਵਨਾ ਕਿੱਥੋਂ ਆਉਂਦੀ ਹੈ? ਕਈ ਵਾਰੀ ਤੁਸੀਂ ਇਕੱਲੇ ਬੈਠੋ ਨਹੀਂ ਆ ਸਕਦੀ ਇਹ, ਪਰ ਜਦੋਂ ਅਸੀਂ ਜਾਂਦੇ ਹਾਂ ਦੂਸਰਿਆਂ ਨੂੰ ਉੱਥੇ ਸੇਵਾ ਕਰਦੇ ਦੇਖਦੇ ਸਾਡੇ ਮਨ 'ਚ ਵੀ ਆਉਂਦਾ ਨਾ ਵੀ ਸੇਵਾ ਕਰੀਏ। ਅਸੀਂ ਉੱਥੇ ਜਾਂਦੇ ਹਾਂ, ਕੋਈ ਲੋੜਵੰਦ ਹੈ ਅਤੇ ਕੁਛ ਸਾਡੇ ਮਨ 'ਚ ਵੀ ਆਉਂਦਾ ਵੀ ਹਾਂ ਅਸੀਂ ਵੀ ਜੋ ਤਿਲ ਫੁੱਲ ਦੇ ਸਕਦੇ ਹਾਂ ਉਹਦਾ ਅਸੀਂ ਦੇਈਏ। ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਮਨੁੱਖ ਦਾ ਜਿਹੜਾ ਸਤ ਸੰਗਤ ਐਸੀ ਚੀਜ਼ ਹੈ, ਜਿਵੇਂ ਪੰਜਾਬੀ ਦਾ ਆਮ ਅਖਾਣ ਵੀ ਹੈ ਕਿ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਪੜਦਾ। ਇਸੇ ਤਰ੍ਹਾਂ ਜਦੋਂ ਅਸੀਂ ਜੇ ਬੁਰੀ ਸੰਗਤ ਦੇ ਵਿੱਚ ਬੰਦਾ ਜਾਂ ਸੰਗਤ ਇਕੱਠ ਦਾ ਵੀ ਨਾਂ ਹੈ, ਇਕੱਠੇ ਹੋ ਜਾਂਦੇ ਨੇ ਜਿੱਥੇ ਲੋਕ, ਤੇ ਜੇ ਤੁਸੀਂ ਬੁਰੀ ਸੰਗਤ ਦੇ ਵਿੱਚ ਜਾਂਦੇ ਹੋ ਤਾਂ ਉਮਰ ਦਾ ਵੀ ਤਕਾਜ਼ਾ ਹੈ ਕਿ ਕਿਸ ਉਮਰ ਦੇ ਵਿੱਚ ਸੰਗਤੀ ਕੀਤੀ ਜਾ ਸਕਦੀ ਆ ਗੁਰੂ ਨੂੰ ਕਰਨ ਲਈ। ਬਹੁਤੀ ਵਾਰ ਇਦਾਂ ਹੁੰਦਾ ਆਪਣੇ ਜਿਹੜਾ ਮੈਂ ਦੇਖਦੇ ਅਸੀਂ ਆਲੇ ਦੁਆਲੇ ਵੇਖਦੇ, ਮੈਂ ਉਹਦੀ ਗੱਲ ਕਰ ਰਿਹਾ, ਤਾਂ ਹੀ ਮੇਰੇ ਮਨ 'ਚ ਕੁਐਸਚਨ ਆਇਆ ਕਿ ਜ਼ਿਆਦਾਤਰ ਜਦ ਅਸੀਂ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ ਜਾਂ ਕਿਤੇ ਜਾਂਦੇ ਹਾਂ ਤੇ ਜਿਹੜੇ ਬਿਰਤੀ ਜੋੜ ਕੇ ਬੈਠੇ ਹੁੰਦੇ ਆ, ਸੁਣ ਰਹੇ ਹੁੰਦੇ ਆ, ਉਹਨਾਂ 'ਚ ਉਹ ਲੋਕ ਹੁੰਦੇ ਆ ਜਿਹੜਾ ਉਮਰ ਦਾ ਅੱਧ ਹੰਢਾ ਕੇ ਅੱਗੇ ਲੰਘ ਚੁੱਕੇ ਹੁੰਦੇ ਆ। ਬਾਕੀ ਜਿਹੜੇ ਜਾਂਦੇ ਆ ਮੱਥਾ ਟੇਕਿਆ ਤੇ ਦੌੜ ਗਏ ਜਾਂ ਲੰਗਰ ਵੱਲ ਭੱਜ ਗਏ ਜਾਂ ਕੁਝ ਹੋਰ ਕਰ ਲਿਆ, ਮਤਲਬ ਜਿਹੜੀ ਉਹ ਕੋਈ ਅਵਸਥਾ ਬੰਦੇ ਦੇ ਮੈਚਿਓਰਿਟੀ ਨਾਲ ਵੀ ਇਹਦਾ ਲਿੰਕ ਹੈ ਕੋਈ? ਮੈਚਿਓਰਿਟੀ ਤਾਂ ਦੇਖੋ ਸਿੱਖ ਧਰਮ ਦੇ ਵਿੱਚ ਉਮਰ ਹੈ ਜਿਹੜੀ ਉਹਨੂੰ ਕੋਈ ਕ੍ਰਾਈਟੀਰੀਆ ਨਹੀਂ ਰੱਖਿਆ ਗਿਆ। ਕਿਉਂਕਿ ਹੁਣ ਤੁਸੀਂ ਦੇਖਦੇ ਹੋ ਗੁਰੂ ਹਰਕ੍ਰਿਸ਼ਨ ਕਿੰਨੀ 7-8 ਸਾਲ ਦੀ ਉਮਰ ਹੈ ਉਹਨਾਂ ਦੀ ਸਾਰੀ। ਹਾਂਜੀ। ਤੇ ਗੁਰੂ ਅਮਰਦਾਸ ਕਿੰਨੀ ਮੈਚਿਓਰ ਏਜ ਦੇ ਵਿੱਚ ਜਾ ਕੇ ਗੁਰੂ ਬਣਦੇ ਨੇ। ਤੇ ਗੁਰਮੁਖ ਬੁੱਢਾ ਕਦੇ ਨਹੀਂ ਦੀ ਵੀ ਗੱਲ ਕੀਤੀ ਗਈ ਹੈ, ਉਹਦਾ ਐਵਰ ਐਕਟਿਵ ਹੈ। ਸਾਹਿਬਜ਼ਾਦੇ ਕਿੰਨੀ ਛੋਟੀ ਉਮਰ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਦੇ ਨੇ। ਇਹ ਤਾਂ ਉਹਨਾਂ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਹਿੰਦੇ ਆਪਾਂ, ਮਨੁੱਖ ਦਾ ਮਾਈਂਡ ਹੈ ਜਿਹਨੇ। ਬਾਬਾ ਕਹਿਣ ਦਾ ਭਾਵ ਵੀ ਉੱਥੇ ਇਹ ਆ ਕਿ ਉਹਨਾਂ ਦੀ ਅਵਸਥਾ, ਹਾਂ ਉਹਨਾਂ ਦੀ ਜਿਹੜੀ ਉਹਨਾਂ ਨੇ ਗ੍ਰਹਿਣ ਕਰ ਲਈ ਹੋਈ ਹੈ ਆਪਣਾ ਗਿਆਨ ਕਹਿ ਲਓ, ਗੁਰੂ ਦਾ ਗਿਆਨ ਹੈ ਜਾਂ ਗੁਰੂ ਦੀ ਸਿੱਖੀ ਹੈ, ਜਿਹੜੀ ਗੁਰੂ ਦਾ ਸ਼ਬਦ ਹੈ ਜਿਹੜਾ ਉਹਨੂੰ ਉਹ ਆਪਣੇ ਅੰਦਰ ਇੰਨਾ ਇੰਬਾਈਬ ਕਰ ਲਿਆ ਹੋਇਆ ਵੀ ਇੰਨੀ ਛੋਟੀ ਉਮਰ ਦੇ ਵਿੱਚ ਵੀ ਉਹ ਬਜ਼ੁਰਗਾਂ ਵਾਂਗ ਐਕਟ ਕਰਦੇ ਨੇ। ਸੂਬਾ ਉਹਨਾਂ ਨੂੰ ਸ਼ਹੀਦ ਹੋਣ ਲਈ ਉਹ ਕਹਿੰਦਾ ਵੀ ਜਾਂ ਸ਼ਹੀਦ ਹੋਣਾ ਪਏਗਾ ਜਾਂ ਇਸਲਾਮ ਧਾਰਨ ਕਰਨਾ ਪਊਗਾ। ਤੇ ਉਹ ਕਿੰਨੀ ਖਿੜਕਦੇ ਨਹੀਂ ਆਪਣੇ ਨਾਲ, ਹਾਂ ਆਪਣੇ ਉੱਥੋਂ ਵਿਚਲਿਤ ਨਹੀਂ ਹੁੰਦੇ। ਇਸ ਕਰਕੇ ਜਿਹੜੀ ਉਮਰ ਹੈ ਨਾ ਉਹ ਸਿੱਖ ਧਰਮ ਦੇ ਵਿੱਚ ਕੋਈ ਕ੍ਰਾਈਟੀਰੀਆ ਨਹੀਂ ਹੈ ਉਮਰ। ਜਿਵੇਂ ਆਪਾਂ ਉਹ ਪਹਿਲੇ ਧਰਮਾਂ ਦੇ ਵਿੱਚ ਪੜ੍ਹਦੇ ਕਿ ਇੱਕ ਖਾਸ ਮੈਚਿਓਰ ਉਮਰ ਦੇ ਵਿੱਚ ਹੀ ਜਾ ਕੇ ਬੰਦਾ ਭਗਤੀ ਕਰ ਸਕਦਾ ਜਾਂ ਮੈਚਿਓਰ ਉਮਰ ਦੇ ਵਿੱਚ ਹੀ ਪਾ ਸਕਦਾ, ਨਹੀਂ ਇਸ ਕਿਸਮ ਦੀ ਕੋਈ ਗੱਲ ਨਹੀਂ ਹੈਗੀ। ਉਮਰ ਕੋਈ ਕ੍ਰਾਈਟੀਰੀਆ। ਅੱਛਾ ਡਾਕਟਰ ਸਾਹਿਬ, ਜਿਹੜੇ ਤੁਹਾਡੀ ਆਪਣੀ ਬਿਰਤੀ ਹੈ, ਜਿਹੜੇ ਪੈਰਲਲ ਧਰਮ ਨੇ ਜਾਂ ਈਵਨ ਪੁਰਾਣੇ ਵੀ ਧਰਮ ਨੇ, ਸਿੱਖੀਜ਼ਮ ਤੇ ਬਹੁਤ ਨਵਾਂ ਧਰਮ ਹੈ, ਮਾਡਰਨ ਧਰਮ ਆਪਾਂ ਮੰਨਦੇ ਹਾਂ, ਤੇ ਇਹਦੇ ਵਿੱਚ ਕਨਸੈਪਟ ਆ ਧਰਮਸਾਲ ਦਾ, ਫਿਰ ਉਹਨੂੰ ਗੁਰਦੁਆਰਾ ਸਾਹਿਬ ਕਹਿਤਾ, ਹੁਣ ਗੁਰੂ ਘਰ ਵੀ ਕਹਿੰਦੇ ਆ, ਉੱਥੇ ਦੀਵਾਨ ਹਾਲ ਬਣੇ ਆ ਜਾਂ ਉੱਥੇ ਜਾ ਕੇ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਆਪਾਂ ਸੰਗਤ ਕਰਦੇ ਹਾਂ। ਤੇ ਜਿਸ ਤਰ੍ਹਾਂ ਚਰਚ ਨੇ, ਮਸਜਿਦ ਨੇ, ਉਹ ਲੋਕ ਵੀ ਤੇ ਇਕੱਠੇ ਹੋ ਕੇ ਬੈਠਦੇ ਆ, ਉਹ ਵੀ ਤੇ ਚਰਚਾ ਆਪਣੇ ਈਸਟਰੀ ਕਰਦੇ ਆ। ਬਿਲਕੁਲ ਇਹ ਜ਼ਰੂਰੀ ਮਤਲਬ ਸਿੱਖ ਧਰਮ ਦੇ ਸਿਧਾਂਤ ਅਨੁਸਾਰ ਉਹ ਵੀ ਸੰਗਤ ਹੀ ਹੈ। ਉਹ ਵੀ ਸੰਗਤ ਹੈ, ਬਿਲਕੁਲ ਉਹਨਾਂ ਦੀ ਸੰਗਤ ਹੈ। ਉਹ ਉੱਥੇ ਉਹ ਸਾਰੇ ਆਪਣੇ ਮਤਲਬ ਇਕੱਠੇ ਹੁੰਦੇ ਨੇ, ਉੱਥੇ ਉਹ ਇਬਾਦਤ ਕਰਦੇ ਨੇ, ਉਹ ਆਪਣੇ ਚੰਗੇ ਕੰਮਾਂ ਵੱਲ ਆਪਣੇ ਆਪ ਨੂੰ ਆਪਣੇ ਧਰਮ ਦੇ ਮੁਤਾਬਕ ਪ੍ਰੇਰਦੇ ਨੇ। ਉਹ ਵੀ ਸੰਗਤ ਹੈ। ਉਹ ਇਹ ਠੀਕ ਹੈ ਵੀ ਉਹਨਾਂ ਨੇ ਕੋਈ ਹੋਰ ਨਾਮ ਸ਼ਬਦ ਕੋਈ ਹੋਰ ਸਕਦਾ, ਪਰ ਸਿੱਖੀ ਦੀ ਨਜ਼ਰ 'ਚ ਉਹ ਸੰਗਤ ਹੀ ਹੈ। ਜੇ ਆਪਾਂ ਸਿੱਖੀ ਦੇ ਵਿਊ ਪੁਆਇੰਟ ਤੋਂ ਦੇਖੀਏ ਤਾਂ ਉਹ ਸੰਗਤ ਹੀ ਹੈ। ਜਿੱਥੇ ਵੀ ਰੱਬ ਦਾ ਨਾਮ ਲਿਆ ਜਾਂਦਾ, ਜਿੱਥੇ ਵੀ ਮਨੁੱਖ ਕਿਸੇ ਚੰਗੇ ਕੰਮਾਂ ਲਈ ਜਾਂ ਉਹਨੂੰ ਧਿਆਉਣ ਦੇ ਲਈ ਜੁੜਦੇ ਨੇ, ਉਹ ਸੰਗਤ ਹੈ। ਉਹ
ਜੀ ਹਾਂਜੀ, ਚਰਚ ਦੇ ਵਿੱਚ ਵੀ ਲੋਕ ਇਕੱਠੇ ਹੁੰਦੇ ਨੇ, ਆਪਣਾ ਮਤਲਬ ਉੱਥੇ ਯਾਦ ਕਰਦੇ ਨੇ ਈਸਾ ਮਸੀਹ ਨੂੰ, ਉਹਦਾ ਮਤਲਬ ਜੋ ਵੀ ਉਹਨਾਂ ਦੀ ਹੈ ਪ੍ਰਾਰਥਨਾ ਕਰਦੇ ਨੇ ਇਕੱਠੇ ਹੋ ਕੇ, ਉਹ ਸੰਗਤ ਹੈ। ਅੱਛਾ, ਇੱਕ ਪਾਸੇ ਇਹ ਗੱਲ ਜਦੋਂ ਆਪਾਂ ਕਰਦੇ ਹਾਂ ਵੀ ਜਿੱਦਾਂ ਆਪਾਂ ਹਮੇਸ਼ਾ ਇਹ ਕਹਿੰਦੇ ਆ ਕਿ ਸਿੱਖ ਧਰਮ ਜਿਹੜਾ ਆ ਉਹਦੇ ਵਿੱਚ ਬਹੁਤ ਜ਼ਿਆਦਾ ਮਤਲਬ ਸਾਰਿਆਂ ਨੂੰ ਬਰਾਬਰਤਾ ਦਿੱਤੀ ਗਈ ਆ, ਮੁਸਲਿਮ ਪੀਰਾਂ ਫਕੀਰਾਂ ਨੂੰ ਵੀ ਲਈ ਗਈ ਆ, ਭਗਤਾਂ ਦੀ ਬਾਣੀ ਲਈ ਗਈ ਆ, ਤੇ ਸਭ ਨੂੰ ਬਰਾਬਰ ਕਿਹਾ ਗਿਆ। ਤੇ ਕਿਤੇ ਕਿਤੇ ਗੁਰਬਾਣੀ 'ਚ ਇਦਾਂ ਦਾ ਵੀ ਸੁਣਦੇ ਆ ਕਿ ਇੱਕ ਸ਼ਬਦ ਆਉਂਦਾ ਜਿੱਦਾਂ ਹਿੰਦੂ ਅੰਨਾ ਤੁਰਕੂ ਕਾਣਾ, ਕੀ ਉਹਨਾਂ ਦੇ ਜਿਹੜੇ ਧਰਮ ਦੇ ਕਨਸੈਪਟ ਨਹੀਂ, ਮੈਂ ਸੁਣਦਾ ਭਗਤ ਕਬੀਰ ਦਾ ਇਹ ਸ਼ਬਦ ਹੈ, ਹਾਂ, ਦੋਹਾਂ ਤੋਂ ਗਿਆਨੀ ਸਿਆਣਾ। ਹਾਂ, ਉਹਦੇ ਕਹਿਣ ਦਾ ਅਰਥ ਪਤਾ ਕੀ ਹੈ ਉਹਨਾਂ ਦਾ, ਭਗਤ ਜੀ ਦੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਕਿਉਂਕਿ ਉਸ ਵੇਲੇ ਜਿਹੜੀ ਹੈਗੀ ਹੈ ਤੁਰਕਾਂ ਦਾ ਰਾਜ ਸੀਗਾ, ਉਹ ਭਾਈ ਗੁਰਦਾਸ ਜੀ ਦੇ ਬਾਰੇ ਵਿੱਚ ਆਪਾਂ ਪੜ੍ਹਦੇ ਹਾਂ ਵੀ ਠਾਕਰ ਦੁਆਰੇ ਢਾਹ ਕੇ ਹੈ ਨਾ ਮਸਜਿਦਾਂ ਉਸਾਰ ਰਹੇ ਨੇ, ਜਾਂ ਉਹ ਡਿਸਕ੍ਰਿਮੀਨੇਸ਼ਨ ਕਰਦੇ ਨੇ ਵੀ ਇਹ ਹਿੰਦੂ ਹੈ ਨਾ, ਉਹ ਉਧਰੋਂ ਹਿੰਦੂ ਆਪਣੇ ਕਰਮਕਾਂਡ ਦੇ ਵਿੱਚ ਫਸੇ ਹੋਏ ਨੇ। ਤੇ ਭਗਤ ਕਬੀਰ ਦੇ ਕਹਿਣ ਦਾ ਮਤਲਬ ਉੱਥੇ ਇਹ ਹੈ ਕਿ ਜਿਹੜਾ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ, ਕਿ ਜਦੋਂ ਤੱਕ ਤੁਹਾਡੇ ਕੋਲ ਗਿਆਨ ਨਹੀਂ ਨਾ ਹੈਗਾ, ਉਹ ਚਾਹੇ ਤੁਸੀਂ ਕਰਮਕਾਂਡ ਦੇ ਰੂਪ ਦੇ ਵਿੱਚ ਜਾਂ ਟ੍ਰੈਡੀਸ਼ਨ ਦੇ ਰੂਪ ਵਿੱਚ ਜਿੰਨਾ ਮਰਜ਼ੀ ਮੰਨੀ ਜਾਓ, ਜਦੋਂ ਤੱਕ ਤੁਹਾਡੇ ਕੋਲ ਗਿਆਨ ਦੀ ਅੱਖ ਨਹੀਂ ਨਾ ਹੈਗੀ, ਕਿਉਂਕਿ ਹਿੰਦੂ ਨੂੰ ਨਾ ਇਸ ਕਰਕੇ ਗਿਆ, ਜਿਹੜੇ ਹੁਣ ਜਾਤ ਪਾਤ ਊਚ ਨੀਚ ਸਾਰਾ ਕੁਛ ਇਹ ਉਸ ਵੇਲੇ ਇੰਨਾ ਪ੍ਰਚਲਿਤ ਸੀਗਾ, ਉਹ ਕੋਈ ਉਹਦੇ ਵਿੱਚ ਮਤਲਬ ਸਮਝਦਾਰੀ ਵਾਲੀ ਗੱਲ ਨਹੀਂ ਸੀਗੀ। ਅੱਜ ਕੱਲ੍ਹ ਨਹੀਂ, ਮੇਰਾ ਭਾਵ ਪੁੱਛਣ ਦਾ ਤੁਹਾਨੂੰ ਇਹ ਸੀ ਕਿ ਜਿਹੜੀ ਹਿੰਦੂਇਜ਼ਮ ਦੀ ਫਿਲਾਸਫੀ ਆ ਜਾਂ ਇਸਲਾਮ ਦੀ ਫਿਲਾਸਫੀ ਆ, ਉਹਨੂੰ ਚੈਲੰਜ ਕੀਤਾ ਉਸ ਵੇਲੇ ਹਿੰਦੂ ਕਰ ਰਹੇ ਸੀਗੇ। ਹਿੰਦੂ ਤੋਂ ਮਤਲਬ ਹੈ ਪ੍ਰੀਸਟਲੀ ਕਲਾਸ, ਜਿਵੇਂ ਪ੍ਰੀਸਟਲੀ ਕਲਾਸ ਲੋਕਾਂ ਨੂੰ ਕੋਈ ਗਿਆਨ ਨਹੀਂ ਦੇ ਰਹੇ, ਉਹਨਾਂ ਦੇ ਵਿੱਚ ਊਚ ਨੀਚ ਸਾਰਾ ਕੁਝ ਉਹ ਕਰਮਕਾਂਡ ਹੈ ਜਿਹੜਾ ਉਹਦੇ ਉੱਤੇ ਬੇਸ ਕੀਤਾ ਹੋਇਆ ਲੋਕਾਂ ਨੂੰ, ਹੈ ਨਾ, ਤੁਸੀਂ ਆਹ ਮੰਨਣਾ ਨਹੀਂ ਮੰਨਣਾ, ਬਲਾਈਂਡਲੀ ਉਹ ਫੋਲੋ ਕਰਦੇ ਨੇ। ਤੇ ਤੁਸੀਂ ਆਹ ਪਾਓ ਕਰ ਲਓ, ਤੁਹਾਡਾ ਇਹ ਸੌਰ ਜੁਗ ਆਇਆ ਕਰ ਲਓ ਤੇ ਤੁਰਕਾਂ ਦੇ ਵਿੱਚ ਇੱਕ ਚੀਜ਼ ਹੈ ਕਿ ਉਹ ਆਪਸ ਵਿੱਚ ਉਹਨਾਂ ਦੇ ਵਿੱਚ ਕੋਈ ਉਹ ਨਹੀਂ ਹੈਗੀ, ਊਚ ਨੀਚ ਵਾਲੀ ਕੋਈ ਗੱਲ ਨਹੀਂ ਹੈ, ਇਸੇ ਕਰਕੇ ਉਹਨਾਂ ਨੂੰ ਕਾਣਾ ਕਿਹਾ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨੂੰ ਬੜੇ ਉਹਦੇ ਨਾਲ ਐਕਸਪਲੇਨ ਕੀਤਾ ਹੋਇਆ, ਤੇ ਮਤਲਬ ਇਸ ਗੱਲ ਨਾਲ ਜੋੜ ਕੇ ਕਿ ਬਰਾਬਰਤਾ ਦਾ ਕਰਮਕਾਂਡ ਤੇ ਜਿਹੜਾ ਤੁਸੀਂ ਫਰਕ ਕਰਦੇ ਹੋ ਇੱਕ ਦੂਜੇ ਦੇ ਵਿੱਚ, ਮਨੁੱਖ ਦਾ ਮਨੁੱਖ ਹੋਣ ਤੋਂ ਫਰਕ ਹੈ ਜਿਹੜਾ, ਹੈ ਨਾ। ਹੁਣ ਜੇ ਭਗਤ ਕਬੀਰ ਜਿਸ ਕਲਾਸ ਨੂੰ ਬਿਲੋਂਗ ਕਰਦੇ ਨੇ, ਜਾਂ ਭਗਤ ਰਵਿਦਾਸ ਜਿਸ ਕਲਾਸ ਨੂੰ ਬਿਲੋਂਗ ਕਰਦੇ ਨੇ, ਜਿੰਨਾ ਉਹਨਾਂ ਨੇ ਸਫ਼ਰ ਕੀਤਾ, ਸਟਿਲ ਸਫ਼ਰ ਕਰ ਰਹੀ ਹੈ ਇਹ ਕਲਾਸ ਸਾਰੀ, ਆਪਣਾ ਮਤਲਬ ਦੇਖਦੇ ਹੀ ਆਪਾਂ ਕਿੰਨਾ ਰੌਲਾ ਪੈਂਦਾ, ਉਹ ਸਾਰਾ ਉਸ ਸਮਾਜਿਕ ਜਿਹੜੀਆਂ ਹੈਗੇ ਨੇ ਨਾ ਕੁਰੀਤੀਆਂ ਨੇ, ਕੁਰੈਤਾਂ ਨੇ, ਜਿਨ੍ਹਾਂ ਨੂੰ ਧਰਮ ਦੇ ਨਾਲ ਜੋੜ ਕੇ ਕੀਤਾ ਜਾ ਰਿਹਾ, ਉਹ ਸਾਰਾ ਉਹਨੂੰ ਧਿਆਨ ਦੇ ਵਿੱਚ ਰੱਖ ਕੇ। ਅੱਛਾ, ਇੱਕ ਸਧਾਰਨ ਵਿਅਕਤੀ ਗਿਆਨ ਹੋਣਾ ਜਿਹੜਾ ਉਹ ਜ਼ਰੂਰੀ ਹੈ ਵੀ ਅਸਲੀਅਤ ਨੂੰ ਜਾਣਨਾ ਹੈ। ਅਸਲੀਅਤ ਇਹ ਹੈ ਕਿ ਸਾਰੇ ਮਨੁੱਖ ਰੱਬ ਨੇ ਪੈਦਾ ਕੀਤੇ ਨੇ, ਸਾਰੇ ਇੱਕੋ ਜਿਹੇ ਨੇ, ਬਰਾਬਰ ਨੇ, ਇਹਨਾਂ ਨੂੰ ਬਰਾਬਰ ਟਰੀਟ ਕਰਨਾ ਚਾਹੀਦਾ। ਤੇ ਡਾਕਟਰ ਸਾਹਿਬ, ਇੱਕ ਸਧਾਰਨ ਵਿਅਕਤੀ ਆ, ਪੰਜਾਬ ਦਾ ਹੀ ਕੋਈ ਰਿਮੋਟ ਏਰੀਆ ਲੈ ਲਈਏ, ਬਾਰਡਰ ਦੇ ਕੰਢੇ ਬੈਠਾ ਇੱਕ ਪਿੰਡ 'ਚ ਇੱਕ ਛੋਟਾ ਜਿਹਾ ਗੁਰਦੁਆਰਾ ਆ, ਉੱਥੇ ਇੱਕ ਵਿਚਾਰਾ ਗ੍ਰੰਥੀ ਆ ਜਿਹਨੂੰ ਬਹੁਤਾ ਗਿਆਨ ਇੰਨਾ ਆਪ ਨੂੰ ਨਹੀਂ ਆ, ਤੇ ਉਹ ਗੁਰਬਾਣੀ ਪੜ੍ਹ ਰਿਹਾ ਆ, ਤੇ ਇੱਕ ਸਧਾਰਨ ਵਿਅਕਤੀ ਜਾਂਦਾ, ਉਹ ਸੁਣਦਾ ਆ, ਜਦੋਂ ਇਹ ਸ਼ਬਦ ਆਉਂਦਾ ਆ ਤੇ ਮਤਲਬ, ਤੇ ਉਹਦੇ ਦਿਮਾਗ ਜਦੋਂ ਗਿਆਨੀ ਸ਼ਬਦ ਆਉਂਦਾ ਨਾ, ਤੇ ਆਪਾਂ ਸਮਝਦੇ ਵੀ ਗਿਆਨੀ ਹੋਣ ਦਾ ਮਤਲਬ ਵੀ ਜਿਹੜਾ ਸਿੱਖਿਆ ਉਹ ਗਿਆਨੀ ਆ, ਮਤਲਬ ਆਪਾਂ ਇਸ ਤਰ੍ਹਾਂ ਨਜ਼ਰ, ਮੈਂ ਵੀ ਬਚਪਨ 'ਚ ਏਦਾਂ ਸੋਚਦਾ ਹੁੰਦਾ ਸੀਗਾ, ਜਿੱਦਾਂ ਸੀ ਆਹ ਸ਼ਬਦ ਬਹੁਤ ਆਉਂਦਾ, ਕੋਈ ਬੋਲੇ ਰਾਮ ਰਾਮ ਕੋਈ ਕਦਾ, ਤੇ ਉਹ ਖੀਰ 'ਚ ਆਉਂਦਾ ਵੀ, ਉਹ ਮੈਨੂੰ ਐਂ ਲੱਗਦਾ ਕਿ ਹੁੰਦਾ ਸੀਗਾ ਬਚਪਨ 'ਚ, ਜਦੋਂ ਨਹੀਂ ਸੀ ਸਮਝ ਵੀ ਜੋ ਰਾਮ ਰਾਮ ਕਹੀ ਜਾਂਦੇ, ਖੁਦਾ ਕਹੀ ਜਾਂਦੇ, ਉਹ ਸਭ ਕੁਝ ਐਵੇਂ ਹੀ ਆ, ਤੇ ਇਹੋ ਹੀ ਅਸਲੀ ਇਹੋ ਹੀ ਆ। ਇਹ ਸਮਝ ਦੀ ਘਾਟ ਹੈ। ਗਿਆਨੀ ਹੋਣ ਦਾ ਮਤਲਬ ਸਿੱਖ ਗ੍ਰੰਥੀ ਜਾਂ ਸਿੱਖ ਹੋਣਾ ਨਹੀਂ ਹੈ, ਗਿਆਨੀ ਹੋਣ ਦਾ ਮਤਲਬ ਹੈ ਜਿਹਨੂੰ ਉਸ ਮੈਂ ਤਾਂ ਹੀ ਕਿਹਾ ਕਿ ਦਾ ਗਿਆਨ ਰਿਮੋਟ ਏਰੀਆ 'ਚ ਬੈਠਾ, ਰਿਮੋਟ ਸੱਤ ਦਾ ਪਤਾ ਹੈ ਕਿ ਸੱਚ ਕੀ ਆ, ਉਹ ਗਿਆਨੀ ਨਹੀਂ, ਜਿਹਨੂੰ ਤੁਹਾਡੇ ਵਰਗੇ ਕਿਸੇ ਜਾਣਕਾਰ ਨੇ ਨਹੀਂ ਸਮਝਾਇਆ, ਜਦੋਂ ਇਕੱਲਾ ਸੁਣ ਕੇ ਆ ਜਾਂਦਾ ਆ ਕਿ ਮਤਲਬ ਬਾਬਾ ਜੀ ਉੱਥੇ ਪਾਠ ਕਰ ਰਹੇ ਸੀ, ਤੇ ਉਹਦੇ ਦਿਮਾਗ 'ਤੇ ਇਹੀ ਆਉਂਦਾ ਵੀ ਗਿਆਨੀ ਹੋਣ ਦਾ ਮਤਲਬ ਹੈ ਜਿਹੜੇ ਬਾਬਾ ਜੀ ਬੈਠੇ ਉਹ ਗਿਆਨੀ ਆ, ਉਹ ਸਿਆਣੇ ਆ, ਤੇ ਹਿੰਦੂ ਵੀ ਨਹੀਂ ਸਿਆਣਾ। ਤੇ ਮਤਲਬ ਇਹੀ ਤਾਂ ਗੱਲ ਹੈ ਨਾ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਗੁਰਦੁਆਰਿਆਂ ਦੇ ਵਿੱਚ ਆਪਣਾ ਸੂਰਜ ਗ੍ਰੰਥ ਦੀ ਕਥਾ ਕਰ ਰਹੇ ਹੈ, ਸੂਰਜ ਪ੍ਰਕਾਸ਼ ਦੀ ਜਾਂ ਹੋਰ ਇੱਦਾਂ ਦੀਆਂ, ਹੈ ਨਾ, ਚਾਹੀਦਾ ਤਾਂ ਇਹ ਹੈ ਕਿ ਜਿਹੜਾ ਉੱਥੇ ਬੈਠ ਕੇ ਉਸ ਮਹਾਰਾਜ ਦੀ ਤਾਬੇ ਬੈਠਾ ਹੈ, ਬਾਣੀ ਪੜ੍ਹਦਾ, ਉਹਨੂੰ ਚਾਹੀਦਾ ਕਿ ਉਹ ਬਾਣੀ ਜਦੋਂ ਪੜ੍ਹਦਾ ਉਹਦਾ ਅਰਥ ਵੀ ਲੋਕਾਂ ਨੂੰ ਸਮਝਾਵੇ, ਤਾਂ ਕਿ ਆਮ ਬੰਦੇ। ਡਾਕਟਰ ਸਾਹਿਬ, ਕਥਾ ਤੇ ਸਾਰੀ ਹੁੰਦੀ ਸੂਰਜ ਪ੍ਰਕਾਸ਼ ਦੀ ਹੈ, ਮੈਨੂੰ ਲੱਗਦਾ ਲਗਭਗ ਕਦੀ ਸਾਰੀ ਕਥਾ ਹੀ ਉਹਦੀ ਹੁੰਦੀ ਆ। ਤੇ ਸ਼ਬਦ ਦੀ ਕਥਾ ਕਿਉਂ ਨਹੀਂ ਹੁੰਦੀ? ਸ਼ਬਦ ਦੀ ਕਥਾ ਹੋਣੀ ਚਾਹੀਦੀ ਹੈ, ਬਾਣੀ ਦੀ ਕਥਾ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ
ਸੰਗਤੀ ਜੀਵਨ ਕੀ ਹੈ, ਸੰਗਤ ਦੀ ਕੋਈ ਆਪਾਂ ਗੱਲ ਕਰੀ ਵੀ ਸੰਗਤ ਕਈ ਜੀ ਹੋਣੀ ਚਾਹੀਦੀ ਹੈ ਨਾ। ਇਹ ਥੋੜ੍ਹੀ ਵੀ ਚਾਰ ਬੰਦੇ ਇਕੱਠੇ ਬੈਠ ਕੇ ਹਾ ਹਾ ਹੀ ਕਰ ਰਹੇ ਨੇ ਜਾਂ ਕੋਈ ਹੋਰ ਆਪਣਾ ਇਸ ਕਿਸਮ ਪਾਰਟੀ ਕਰ ਰਹੇ ਆ, ਕੋਈ ਜਸ਼ਨ ਮਨਾ ਰਹੇ ਆ, ਉਹ ਸੰਗਤ ਨਹੀਂ ਹੋ ਸਕਦੀ। ਉਹ ਸੰਗਤ ਨਹੀਂ ਹੈ। ਕੋਈ ਵੀ ਜਿਹੜਾ ਡਿਸਟਰਕਟਿਵ ਕੰਮ ਹੈ ਉਹ ਕਰ ਰਹੇ ਨੇ, ਉਹ ਸੰਗਤ ਨਹੀਂ ਹੈ। ਵੀ ਸੰਗਤ ਤਾਂ ਉਹ ਹੈ ਜਿੱਥੇ ਪਰਮਾਤਮਾ ਰੂਪ ਹੋ ਕੇ ਬੰਦਾ ਵਿਚਰਦਾ, ਜਿੱਥੇ ਰੱਬ ਦੇ ਨਾਂ ਨਾਲ ਜੁੜਿਆ ਹੈ, ਰੱਬ ਨਾਲ ਜੁੜਿਆ ਹੋਇਆ। ਰੱਬ ਨਾਲ ਜੁੜੇ ਹੋਣ ਦਾ ਮਤਲਬ ਹੈ ਕਿ ਗੁਣਾਂ ਨੂੰ ਗ੍ਰਹਿਣ ਕਰਦਾ ਉਹ, ਹੈ ਨਾ। ਪਰ ਡਾਕਟਰ ਸਾਹਿਬ ਆਪਣਾ ਧਰਮ ਬਹੁਤ ਜ਼ਿਆਦਾ ਪੁਰਾਣਾ ਨਹੀਂ ਆ, ਬਹੁਤ ਥੋੜਾ ਸਮਾਂ ਬੀਤਿਆ, ਤੇ ਜਿਹੜੀਆਂ ਚੀਜ਼ਾਂ ਦਾ ਗੁਰੂ ਸਾਹਿਬ ਨੇ ਕ੍ਰਿਟਿਸਿਜ਼ਮ ਕੀਤਾ, ਭਗਤ ਕਬੀਰ ਰਾਣੇ, ਨਾਮਦੇਵ ਰਾਣੇ, ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਲਿਆਂਦੀਆਂ ਜਿਨ੍ਹਾਂ ਨੂੰ ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਮੈਨੂੰ ਕਦੀ ਕਦੀ ਲੱਗਦਾ ਜੇ ਭਗਤ ਕਬੀਰ ਵੀ ਆ ਕੇ ਬਹਿ ਜਾਣ ਸਾਡੇ ਵਿੱਚ ਤੇ ਉਹ ਸੋਚਣਗੇ ਯਾਰ ਜਿੱਥੋਂ ਕੱਢੇ ਸੀ। ਇਹ ਗੱਲ ਮੈਂ ਬਹੁਤ ਵਾਰੀ ਕਹਿੰਦੀ ਹੁੰਦੀ ਹਾਂ ਕਿ ਗੁਰੂ ਨਾਨਕ ਨੇ ਸਾਡੇ ਵਾਸਤੇ ਜ਼ਿੰਦਗੀ ਇੰਨੀ ਸੌਖੀ ਕੀਤੀ ਸੀ, ਇੰਨੀ ਸੌਖੀ ਕੀਤੀ ਸੀ ਕਿ ਹਰ ਤਰ੍ਹਾਂ ਦੇ ਕਰਮਕਾਂਡ ਚੋਂ, ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਚੋਂ, ਹਰ ਤਰ੍ਹਾਂ ਦੀਆਂ ਮਨੌਤਾਂ ਚੋਂ ਕੱਢ ਕੇ ਇੱਕ ਸਿੱਧਾ ਰੱਬ ਦੇ ਲੜ ਲਾਇਆ ਸੀਗਾ, ਹੈ ਨਾ। ਵੀ ਤੁਸੀਂ ਆਹ ਕੰਮ ਕਰਨੇ ਨੇ, ਚੰਗੇ ਕੰਮ ਕਰਨੇ ਨੇ, ਚੰਗਾ ਜੀਵਨ ਜਿਉਣਾ, ਸਿੱਧਾ ਸਾਦਾ ਜੀਵਨ ਜਿਉਣਾ, ਹੱਥਾਂ ਨਾਲ ਕਿਰਤ ਕਰਨੀ ਹੈ, ਦੂਜਿਆਂ ਨਾਲ ਵੰਡ ਕੇ ਖਾਣੀ ਹੈ, ਰੱਬ ਦਾ ਨਾਮ ਜਪਣਾ, ਉਹਦੇ ਨਾਲ ਜੁੜੇ ਰਹਿਣਾ। ਤੇ ਉਹ ਤੇ ਅਸੀਂ ਛੱਡ ਦਿੱਤਾ। ਜਿੱਥੋਂ ਗੁਰੂ ਨਾਨਕ ਸਾਹਿਬ ਨੇ ਕੱਢਿਆ ਸੀ, ਸੁਸਾਇਟੀ ਇਸ ਵੇਲੇ ਬਿਲਕੁਲ ਉੱਥੇ ਹੀ ਹੈ, ਉੱਥੇ ਹੀ ਹੈ। ਹੁਣ ਆਪਣਾ ਚਾਹੇ ਉਹ ਸਾਡੀ SGPC ਹੈ, ਚਾਹੇ ਕੋਈ ਵੀ ਹੈ, ਅਸੀਂ ਇਸ ਗੱਲ ਵੱਲ ਤਾਂ ਧਿਆਨ ਹੀ ਨਹੀਂ ਦੇ ਰਹੇ। ਹੁਣ ਦੇਖੋ ਧਰਮ ਪ੍ਰਚਾਰ ਦਾ ਫੰਡ ਹੈਗਾ SGPC ਕੋਲ, ਇਹ ਤਾਂ ਹੈ ਵੀ ਤੁਸੀਂ ਜਾ ਕੇ ਉੱਥੇ ਜੀ ਪਾਠ ਬੁੱਕ ਕਰਾ ਲਓ, ਤੁਸੀਂ ਪਾਠ ਕਰ ਲਓ, ਨਹੀਂ ਤੁਸੀਂ ਇੱਦਾਂ ਵਿਚਰਨਾ, ਇੱਦਾਂ ਨਹੀਂ ਵਿਚਰਨਾ, ਅਕਾਲੀ ਦਲ ਦਾ ਪੁਜਾਰੀਵਾਦ ਵਾਲਾ ਕੰਮ ਸਾਰਾ। ਪਰ ਤੁਸੀਂ ਦੱਸੋ ਵੀ ਪੰਜਾਬ ਦੇ ਜਿੰਨੇ ਪਿੰਡ ਨੇ, ਕਿਸੇ ਵੀ ਪਿੰਡ ਦੇ ਵਿੱਚ ਅੱਜ ਤੱਕ ਕਦੇ SGPC ਦਾ ਧਰਮ ਪ੍ਰਚਾਰ ਦਾ ਜਿਹੜਾ ਫੰਡ ਹੈ ਉਹ ਕਿੱਥੇ ਖਰਚ ਹੁੰਦਾ? ਕਿਤੇ ਕੋਈ ਆਇਆ ਕਦੇ? ਉਹਨਾਂ ਨੇ ਪਿੰਡਾਂ ਦੇ ਵਿੱਚ ਇਹਨੇ ਆਪਾਂ ਸੁਣਦੇ ਪੜ੍ਹਦੇ ਹਾਂ ਨਸ਼ੇ ਵਰਤ ਰਹੇ ਨੇ ਬਹੁਤ। ਡਾਕਟਰ ਸਾਹਿਬ ਕੁਝ ਸਮਾਂ ਪਹਿਲਾਂ ਜਦੋਂ ਬਜਟ ਵੀ ਇੰਨੇ ਨਹੀਂ ਸੀ, ਬਹੁਤ ਛੋਟੇ ਹੁੰਦੇ ਸੀ, ਤੇ ਕਦੀ ਕਦੀ ਇਦਾਂ ਦੀਵਾਨ ਲੱਗਦੇ ਹੁੰਦੇ ਸੀ, ਆਉਂਦੇ ਹੁੰਦੇ ਸੀ। ਦੀਵਾਨ ਦਾ ਤੇ ਮੈਨੂੰ ਸ਼ਾਇਦ ਯਾਦ ਨਹੀਂ, ਫਿਲਮ ਰਾਤ ਨੂੰ ਦਿਖਾਈ ਜਾਂਦੀ ਹੁੰਦੀ ਸੀ ਧਾਰਮਿਕ। ਉਹ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਆਏ ਆ ਜੀ ਉਹ ਫਿਲਮ ਦਿਖਾਉਣਗੇ, ਤੇ ਉਹ ਗੁਰੂ ਸਾਹਿਬਾਂ ਦੇ ਉੱਤੇ, ਸਾਹਿਬਜ਼ਾਦਿਆਂ ਦੇ ਉੱਤੇ ਕੋਈ ਨਾ ਕੋਈ ਐਸੀ ਡਾਕੂਮੈਂਟਰੀ ਟਾਈਪ ਜਿਹੜੀ ਆ ਉਹ ਪਿੰਡਾਂ ਜਾ ਕੇ ਦਿਖਾਉਂਦੇ। ਹੁਣ ਤੇ ਉਹ ਵੀ ਖਤਮ ਹੋ ਗਿਆ ਸਾਰਾ ਕੁਝ। ਨਹੀਂ ਮੈਂ ਤਾਂ ਆਪਣੇ ਪਿੰਡ 'ਚ ਇਹ ਵੀ ਦੇਖਿਆ ਵੀ ਦੀਵਾਨ ਵੀ ਲੱਗਦੇ ਰਹੇ ਆ, ਕਿਉਂਕਿ ਦੀਵਾਨ ਦੇ ਉਹਦੇ ਨਾਲ ਲੋਕ ਇਕੱਠੇ ਹੁੰਦੇ, ਫਿਰ ਤੁਸੀਂ ਉਹਨਾਂ ਨੂੰ ਪ੍ਰਚਾਰ ਕਰਦੇ। ਹੁਣ ਤੇ ਕੁਝ ਵੀ ਨਹੀਂ ਹੈ। ਦੀਵਾਨ ਵਗੈਰਾ ਤੇ ਸਰ ਡਾਕਟਰ ਸਾਹਿਬ ਜਿੱਦਾਂ ਹੋਲੇ ਮਹੱਲੇ ਤੇ 7-8 ਦਿਨ ਦੇ ਦੀਵਾਨ ਲੱਗਦੇ ਹੁੰਦੇ ਸੀ, ਉਹ ਤੇ ਪਿੰਡਾਂ ਦੀ ਪ੍ਰਥਾ ਅੱਜ ਵੀ ਸ਼ਾਇਦ ਕਿਤੇ ਕਿਤੇ ਹੋਵੇ, ਘਟੀ ਆ, ਬਹੁਤ ਘਟੀ ਆ, ਪਰ ਹੋਏਗੀ, ਉਹ ਤੇ ਹੋਏਗੀ ਕਿਤੇ ਨਾ ਕਿਤੇ। ਪਰ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਇੰਨੇ ਵੱਡੀ ਸਾਡੀ ਬਜਟ ਆ, ਸਟੇਟ ਤੋਂ ਵੀ ਵੱਡਾ ਬਜਟ ਹੋਵੇ ਤੇ ਲੋਕਾਂ ਤੱਕ ਧਰਮ ਦੀ ਉਸ ਤਰੀਕੇ ਦੀ ਗੱਲ ਜਾ ਨਹੀਂ ਰਹੀ ਹੈਗੀ। ਤੁਸੀਂ ਤੁਹਾਡਾ ਜਿਹੜਾ ਲੋਕਲ ਗੁਰਦੁਆਰਾ ਹੈ ਉੱਥੋਂ ਹੀ ਤੁਸੀਂ ਮਾੜਾ ਮੋਟਾ ਜੋ ਆਪਣੇ ਆਪ ਜਾਣੀ ਮਤਲਬ ਲੋਕ ਐਫਰਟ ਕਰਕੇ ਕਰਦੇ ਨੇ। ਕਦੇ ਕਿਸੇ SGPC ਨੇ ਇਹ ਨਹੀਂ ਸੋਚਿਆ ਹੈਗਾ ਕਿ ਥਾਂ ਥਾਂ ਦੇ ਵਿੱਚ ਕੀ ਮਹੱਲੇ ਵਿੱਚ ਗੁਰਦੁਆਰੇ ਨੇ ਅੱਜ ਕੱਲ੍ਹ, ਹੈ ਨਾ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਹਰੇਕ ਥਾਂ ਨੇ, ਵੀ ਕਦੇ ਜਾ ਕੇ ਉੱਥੇ ਲੋਕਾਂ ਨਾਲ ਗੱਲ ਕਰੀਏ। ਕੋਈ ਜਾਊਗਾ ਵੀ, ਹਾਂ ਅਕਾਲੀ ਦਲ ਦੀ ਜਦੋਂ ਇਲੈਕਸ਼ਨ ਆ ਰਹੀ ਹੈ ਫਿਰ ਅਕਾਲੀ ਉੱਥੇ ਜਾ ਕੇ ਕਹਿੰਦੇ ਸਾਧ ਸੰਗਤ ਜੀ ਮੈਂ ਆਇਆ ਵੋਟਾਂ ਲੈਣ ਆਇਆ, ਫਿਰ ਬਈ ਸਾਨੂੰ ਇਹ ਵੋਟਾਂ ਪਾਇਓ। ਈਵਨ ਉਹ ਚਾਹੇ ਗੁੱਸਾ ਕਰਨ ਜਿਹਨੇ ਕਰਨਾ, ਬੀਬੀ ਜਗੀਰ ਕੌਰ SGPC ਦੀ ਪ੍ਰਧਾਨ ਹੈ ਤੇ ਉਹ ਅਕਾਲੀ ਦਲ ਦੇ ਹੱਕ 'ਚ ਬਿਆਨ ਦਊਗੀ, ਹੋਰ ਕਰੂਗੀ। ਕਿਤੇ ਧਰਮ ਦੀ ਗੱਲ ਤਾਂ ਕਰਦੇ ਨਹੀਂ ਹੈ ਇਹ ਲੋਕ, ਹੈ ਨਾ। ਜੇ ਫਲਾਣੀ ਗੱਲ ਤੋਂ ਸਾਨੂੰ ਖਤਰਾ ਹੈ, ਧਰਮ ਨੂੰ ਖਤਰਾ ਹੈ ਜੀ, ਆਹ ਗੱਲ ਧਰਮ ਦੇ ਉਲਟ ਹੋ ਗਈ। ਧਰਮ ਕੀ ਹੈ ਇਹ ਕਦੇ ਜਾ ਕੇ ਸਮਝਾਇਆ ਨਹੀਂ ਲੋਕਾਂ ਨੂੰ, ਸਮਝਾਇਆ ਕਿਸੇ ਨੂੰ? ਤੁਸੀਂ ਸੰਗਤ ਦੇ ਤੌਰ ਤੇ ਤੁਸੀਂ ਕੀ ਕਰਨਾ, ਇੱਕ ਸਿੱਖ ਦੇ ਤੌਰ ਤੇ ਤੁਹਾਡੇ ਕੀ ਫਰਜ਼ ਨੇ, ਕਿੱਧਰ ਨੂੰ ਆਪਾਂ ਚੱਲੀਏ? ਜਾਂ ਸਾਡੇ ਹੁਣ ਨਸ਼ੇ ਇੰਨੇ ਪੰਜਾਬ ਦੇ ਵਿੱਚ ਵਰਤ ਰਹੇ ਨੇ, ਕਦੇ ਇਹਨਾਂ ਨੇ ਸੋਚਿਆ ਵੀ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਈਏ ਬੱਚਿਆਂ ਦੇ, ਅਸੀਂ ਉਹਨਾਂ ਨੂੰ ਕੋਈ ਗੱਲ ਦਸੀਏ? ਅੱਛਾ ਡਾਕਟਰ ਸਾਹਿਬ ਇੱਕ ਗੱਲ ਵਿਚਾਰਨ ਵਾਲੀ ਹੋਰ ਆ ਵੀ ਗੁਰੂ ਸਾਹਿਬਾਂ ਦੇ ਵੇਲੇ ਨਾ ਤੇ ਸਾਡਾ ਧਰਮ ਦਾ ਇੰਨਾ ਫਲਾਓ ਸੀਗਾ, ਬਹੁਤ ਗਿਣਤੀ ਦੇ ਉਹਨਾਂ ਕੋਲ ਸਿੱਖ ਹੋਣਗੇ, ਗਿਣਤੀ ਦੇ ਸਿੱਖ ਹੋਣਗੇ, ਤੇ ਇੰਨਾ ਸਟਰੋਂਗ ਫਲਸਫਾ ਉਹਨਾਂ ਨੇ ਉਦੋਂ ਦੇਤਾ ਤੇ ਉਸ ਉਹਨੀਆਂ ਜਿਹੜੀਆਂ ਬਹੁਤ ਸਿਚੁਏਸ਼ਨ ਜਿਹੜੀ ਬਹੁਤ ਕੰਟਰਡਿਕਟਰੀ ਤੇ ਆਪੋਜੀਸ਼ਨ ਚ ਚੱਲ ਰਹੀ। ਮੈਂ ਉਹੀ ਕਹਿ ਰਿਹਾ ਕਿ ਬਹੁਤ ਘੱਟ ਗਿਣਤੀ ਚੋਂ, ਘੱਟ ਗਿਣਤੀ ਆਪਾਂ ਇਹ ਵੀ ਆ, ਪਰ ਉਦੋਂ ਤੇ ਇੰਨੀ ਘੱਟ ਗਿਣਤੀ ਤੇ ਇੰਨੇ ਵੱਡੇ ਚੈਲੰਜਸ ਹੋਣਗੇ ਉਹਨਾਂ ਨੂੰ, ਤੇ ਉਹਨਾਂ ਨੇ ਬੜੀ ਥਾਂ ਵਿਰੋਧ ਹੋ ਰਿਹਾ ਉਹਨਾਂ ਦਾ, ਜਿਹੜਾ ਸਿਧਾਂਤ ਹੈ ਉਹਨੂੰ ਬੜੀ ਸਪਸ਼ਟਤਾ ਨਾਲ ਦੇਤਾ ਆਪਣੇ ਸਿੱਖਾਂ ਨੂੰ। ਤੇ ਅੱਜ ਦੇ ਯੁੱਗ ਵਿੱਚ ਜਦੋਂ ਅਸੀਂ ਕਹਿੰਦੇ ਆ ਕਿ ਮਾਹੌਲ ਵੀ ਇਦਾਂ ਦਾ ਆ, ਡੈਮੋਕ੍ਰੈਟਿਕ ਮਾਹੌਲ ਹੈ, ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਪ੍ਰਚਾਰ ਕਰਨ ਤੋਂ। ਅੱਜ ਦੇ ਯੁੱਗ ਦੇ ਵਿੱਚ ਜਿੱਦਾਂ ਮਤਲਬ ਆਪਾਂ ਸੋਚੀਏ ਤੇ ਅਸੀਂ ਕਿਤੇ ਬਹੁਤ ਪਛੜੇ ਹੋਏ ਆ ਇਸ ਮਾਮਲੇ 'ਚ। ਬਿਲਕੁਲ ਅਸੀਂ ਧਰਮ ਨੂੰ ਆਪਣਾ ਨਾ ਇੱਕ ਬਿਜ਼ਨਸ ਬਣਾ ਲਿਆ ਹੋਇਆ। ਜਿਹੜੇ ਹੁਣ ਸਾਡੇ ਧਰਮ ਦੇ ਠੇਕੇਦਾਰ ਬਣ ਗਏ ਹੋਏ ਨੇ, ਹੈ ਨਾ, ਉਹਨਾਂ ਨੇ ਚਾਹੇ ਗੁਰਦੁਆਰਾ ਚਾਹੇ ਮਤਲਬ ਧਰਮ ਹੈ, ਉਹਨੂੰ ਇੱਕ ਬਿਜ਼ਨਸ ਬਣਾ ਲਿਆ ਹੋਇਆ। ਉਹਦੇ ਰਾਹੀਂ ਵੋਟਾਂ ਕਿਵੇਂ ਲੈਣੀਆਂ ਨੇ, ਉਹਦੇ ਰਾਹੀਂ ਪੈਸਾ ਇਕੱਠਾ ਕਿਵੇਂ ਕਰਨਾ, ਉਹਦੇ ਰਾਹੀਂ ਅਸੀਂ ਆਪਣੀ ਭੱਲ ਕਿਵੇਂ ਬਣਾਉਣੀ ਹੈ।
ਤੇ ਮੈਨੂੰ ਯਾਦ ਆਉਂਦਾ ਡਾਕਟਰ ਸਾਹਿਬ ਇੱਕ ਰਾਈਟਰ ਹੁੰਦੇ ਸੀ ਪੰਜਾਬੀ ਦੇ, ਮੇਰੇ ਖਿਆਲ ਹੁਣ ਨਹੀਂ ਉਹ, ਮੈਂ ਬਹੁਤ ਛੋਟਾ ਵੀ ਨਹੀਂ ਕਹਿ ਸਕਦਾ, ਮੈਂ ਕਾਲਜ 'ਚ ਨਵਾਂ ਆਇਆ ਸੀਗਾ ਤੇ ਮੇਰੇ ਉਹ ਜਿੱਥੇ ਅਕੈਡਮੀ 'ਚ ਮੈਂ ਪੜ੍ਹਨ ਜਾਂਦਾ ਸੀ ਉਹਦੇ ਥੱਲੇ ਰਵੀ ਸਾਹਿਤ ਪ੍ਰਕਾਸ਼ਨ ਵਾਲੀ ਦੁਕਾਨ ਹੁੰਦੀ ਸੀ, ਮੈਨੂੰ ਥੋੜਾ ਜਿਹਾ ਕਿਤਾਬਾਂ ਦਾ ਸ਼ੌਕ ਸੀਗਾ। ਇਹ ਮਨੋਹਰ ਸਿੰਘ ਮਾਰਕੋਸ ਤੁਸੀਂ ਸੁਣਿਆ ਹੋਣਾ? ਹਾਂ ਮੈਂ ਸੁਣਿਆ ਉਹਨਾਂ ਦੀ ਪਰਸਨਲੀ ਵੀ ਮੈਂ ਉਹਨਾਂ ਨੂੰ ਅੱਛਾ ਮੈਂ ਨਹੀਂ ਮਿਲਿਆ ਪਰ ਮੈਂ ਉਹਨਾਂ ਨੂੰ ਪੜ੍ਹਿਆ ਬਹੁਤ ਨਹੀਂ। 3-4 ਕਿਤਾਬਾਂ ਹੁੰਦੀਆਂ ਸੀਗੀਆਂ ਛੋਟੀਆਂ ਉਹਦੇ ਸਿਰਲੇਖ ਹੁੰਦੇ ਸੀ, ਚਿੱਠੀਆਂ ਲਿਖ ਸਤਿਗੁਰਾਂ ਵੱਲ ਪਾਈਆਂ। ਉਹ ਗੁਰੂ ਸਾਹਿਬ ਨੂੰ ਸੰਬੋਧਨ ਹੋ ਕੇ ਜੋ ਸਾਡੇ 'ਚ ਇਸ ਵੇਲੇ ਪਣਪਰਿਆ ਵਾ ਉਹ ਸਾਰੀਆਂ ਚੀਜ਼ਾਂ ਸਾਹਮਣੇ ਲਿਆਉਂਦੇ ਹੁੰਦੇ ਸੀਗੇ, ਔਰ ਬੜੇ ਅੱਛੇ ਤਰੀਕੇ ਨਾਲ ਕਿ ਗੁਰੂ ਨਾਨਕ ਸਾਹਿਬ ਨੂੰ ਰਿਕੁਐਸਟ ਕਰਦੇ ਵੀ ਇੱਕ ਵਾਰੀ ਧਰਤੀ 'ਤੇ ਆ ਕੇ ਵੇਖੋ, ਤੁਹਾਡੇ ਸਿੱਖ ਤੁਹਾਡੇ ਫਲਸਫੇ ਨੂੰ ਤੇ ਭੁੱਲ ਗਏ ਆ, ਪਰ ਤੁਹਾਡੇ ਨਾਂ ਦਾ ਤੂੜੀ ਦਾ ਟਾਲ ਵੀ ਹੈਗਾ ਜੀ, ਵੀ ਗੁਰੂ ਨਾਨਕ ਤੂੜੀ ਦਾ ਟਾਲ, ਗੁਰੂ ਨਾਨਕ ਫਲਾਣੀ ਸ਼ਾਪ, ਜੁੱਤੀ ਸਟੋਰ, ਗੁਰੂ ਨਾਨਕ ਜੁੱਤੀ ਸਟੋਰ, ਇਦਾਂ ਹਰ ਚੀਜ਼ਾਂ ਨੇ ਆਪਣੀਆਂ ਨੇ ਉਹ ਨਾਂ ਲਿਖ ਲਏ ਹੋਏ ਨੇ। ਤੇ ਉਹ ਪਰ ਅਸੀਂ ਉੱਥੇ ਮਤਲਬ ਕਿੰਨੀ ਕੁ ਠੱਗੀ ਮਾਰ ਰਹੇ ਹਾਂ, ਕਿੰਨੀ ਕੁ ਬੇਈਮਾਨੀ ਕਰ ਰਹੇ ਹਾਂ। ਉਹ ਤੇ ਇੰਨਾ ਬੋਲਡ ਵਿਅਕਤੀ ਸੀ, ਇੰਨਾ ਵਧੀਆ ਲਿਖਦਾ ਹੁੰਦਾ। ਮੈਂ ਕਹੀਏ ਹੈਰਾਨ, ਮੈਨੂੰ ਯਾਦ ਹੁਣ ਪੂਰੀ ਤਰ੍ਹਾਂ ਤੇ ਨਹੀਂ, ਕਹਿੰਦੇ ਕਿ ਸਵੇਰੇ ਜਦੋਂ ਦਰਬਾਰ ਸਾਹਿਬ ਜਾਂ ਕਿਸੇ ਗੁਰਦੁਆਰਾ ਸਾਹਿਬ ਸਰੋਵਰ 'ਚ ਮੱਥਾ ਟੇਕਣ ਵੀ ਆਉਂਦੇ ਆ ਨਾ, ਤੇ ਰਾਤ ਜਿਹੜੀ ਵਿਸਕੀ ਜਾਂ ਸਕੌਚ ਪੀਤੀ ਹੁੰਦੀ ਉਹ ਲੇਬਲ ਸਮੇਤ ਲੈ ਕੇ ਆਉਂਦੇ ਕਿ ਦੂਜੀ ਸੰਗਤ ਨੂੰ ਪਤਾ ਲੱਗ ਜੇ ਕਿ ਬੜਾ ਅਮੀਰ ਸਿੱਖ ਆ ਨੇ, ਰਾਤ ਆ ਦਾਰੂ ਪੀਤੀ ਸੀ, ਤੇ ਉਸੇ ਵਿੱਚ ਹੀ ਅੰਮ੍ਰਿਤ ਪਾ ਕੇ ਲੈ ਕੇ ਜਾਂਦੇ ਆ। ਫਿਰ ਇਹ ਤਾਂ ਹੁਣ ਇਹ ਸਿੱਖੀ ਤਾਂ ਨਹੀਂ ਨਾ ਰਹਿ ਗਈ ਹੋਈ, ਇਹਨੂੰ ਆਪਾਂ ਸਿੱਖੀ ਥੋੜੀ ਕਹਿ ਸਕਦੇ। ਇਹਨਾਂ ਚੀਜ਼ਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਪਰ ਡਾਕਟਰ ਸਾਹਿਬ ਇੱਕ ਹੋਰ ਬੜੀ ਹੈਰਾਨੀ ਵਾਲੀ ਗੱਲ ਆ, ਜਿਹੜਾ ਵਿਅਕਤੀ ਚਾਹੇ ਉਹ ਪ੍ਰਚਾਰਕ ਹੋਵੇ ਚਾਹੇ ਸਧਾਰਨ ਵਿਅਕਤੀ ਹੋਵੇ, ਮੈਂ ਨਾ ਤੁਹਾਡੇ ਵਰਗਾ ਵਿਅਕਤੀ ਵੀ ਲਰਨਰ ਜਿਹਨੇ ਸਾਰਾ ਸਿੱਖ ਫਿਲਾਸਫੀ ਨੂੰ ਪੜ੍ਹਿਆ ਹੋਇਆ, ਉਹ ਜਦੋਂ ਇਹਨਾਂ ਚੀਜ਼ਾਂ ਵੱਲ ਉਂਗਲ ਕਰਦਾ ਆ ਤੇ ਅੱਜ ਕੱਲ੍ਹ ਸਾਡੇ ਸਮਾਜ 'ਚ ਬੜਾ ਸਿੱਧੇ ਤੌਰ ਤੇ ਆ ਵੀ ਉਹ ਉਹਨਾਂ ਦਾ ਮੁੱਖ ਵਿਰੋਧੀ ਬਣ ਜਾਂਦਾ। ਝੱਟ ਕਹਿੰਦੇ ਤੇ ਕਾਮਰੇਡ ਹੈ ਜੀ, ਇਹ ਤੇ ਬੰਦਾ ਹੈ ਹੀ ਨਾਸਤਕ ਹੈ ਜੀ, ਇਹ ਤੇ ਬੰਦਾ ਹੈ ਹੀ। ਜਿਹੜੇ ਸਾਡੇ 'ਚ ਉਹ ਚੀਜ਼ਾਂ ਜਿੱਦਾਂ ਤੁਸੀਂ ਕਹਿ ਰਹੇ ਕਿ ਗੁਰੂ ਸਾਹਿਬ ਨੇ ਜਿਨ੍ਹਾਂ 'ਚੋਂ ਕੱਢਿਆ ਅਸੀਂ ਉਧਰ ਪਰਤੇ ਹਾਂ, ਤੇ ਜੇ ਕੋਈ ਵਿਦਵਾਨ ਸਾਨੂੰ ਉਧਰੋਂ ਮੋੜਨ ਦਾ ਯਤਨ ਕਰਦਾ ਆ, ਕੋਈ ਸਾਨੂੰ ਸਮਝਾਉਂਦਾ ਕਿ ਨਹੀਂ ਗੁਰਬਾਣੀ ਦਾ ਅਸਲ ਰਾਹ ਆ, ਤੇ ਅਸੀਂ ਤੇ ਉਹਨੂੰ ਰੱਦ ਕਰ ਦਿੰਦੇ 1 ਮਿੰਟ 'ਚ, ਕੋਈ ਮੰਨਦੇ ਨਹੀਂ। ਹਾਂ ਨਹੀਂ ਮੰਨਦੇ ਹੈਗੇ ਕਿਉਂਕਿ ਸਾਡੇ ਵਿੱਚ ਨਾ ਪਰ ਇਹ ਜਿਹੜੀ ਜਕੜ ਬਣ ਗਈ ਹੈ ਕਿ ਤੁਹਾਡੀ ਪੋਲਿਟਿਕਸ ਜਿਹੜੀ ਉਹ ਆ ਗਈ ਹੋਈ ਹੈ। ਨਹੀਂ ਫਿਰ ਇਹ ਜਕੜ ਕਿੱਦਾਂ ਟੁੱਟੇਗੀ ਤੇ ਸਹੀ ਸੇਧ ਮਿਲੇਗੀ ਕਿੱਦਾਂ? ਇਹਦਾ ਤਾਂ ਸਹੀ ਸੇਧ ਤਾਂ ਗਿਆਨ ਹੀ ਹੈ ਇਹਦਾ, ਹੈ ਨਾ। ਸਾਨੂੰ ਚਾਹੀਦਾ ਵੀ ਗੁਰਬਾਣੀ ਦੇ ਲੜ ਲੱਗੀਏ, ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਸੁਣੀਏ। ਇਹ ਆਪਣੇ ਆਪ ਤੋਂ ਹੀ ਬੰਦੇ ਨੂੰ ਸੁਧਾਰ ਹੈ ਜਿਹੜਾ ਉਹ ਕਰਨਾ ਪਊਗਾ। ਨਹੀਂ ਪਰ ਉਹਦੇ ਲਈ ਪ੍ਰੇਰਨ ਲਈ ਵੀ ਤਾਂ ਕੁਝ ਲੋਕ ਚਾਹੀਦੇ ਹੋਣਗੇ ਨਾ। ਗੁਰੂ ਸਾਹਿਬ ਆਪਣੇ ਪੀਰੀਅਡ ਦੇ ਵਿੱਚ ਲੋਕਾਂ ਨੂੰ ਖੁਦ ਇਕੱਠੇ ਕਰਕੇ ਜਾਂ ਸਮਝਾਉਣ ਲਈ ਕੋਈ ਉਹਨਾਂ ਨੇ, ਉਹੀ ਹੈ ਨਾ, ਫਿਰ ਸੰਗਤ ਦੀ ਉਹ ਗੱਲ ਆ ਜਾਂਦੀ ਹੈ ਨਾ। ਹੁਣ ਗੁਰੂ ਸਾਹਿਬ ਨੇ ਤਾਂ ਸਾਰੀ ਧਰਤੀ ਨੂੰ ਧਰਮਸਾਲ ਕਿਹਾ ਵੀ ਜਿੱਥੇ ਮਨੁੱਖ ਧਰਮ ਕਮਾਉਣ ਆਉਂਦਾ, ਹੈ ਨਾ। ਤੇ ਗੁਰਦੁਆਰੇ ਦਾ ਅਰਥ ਧਰਮਸਾਲ ਤੋਂ ਹੀ ਗੁਰਦੁਆਰਾ ਸ਼ਬਦ ਹੈ ਜਿਹੜਾ ਉਹ ਡਿਵੈਲਪ ਹੋਇਆ। ਗੁਰਦੁਆਰੇ ਦਾ ਅਰਥ ਹੈ ਜਿੱਥੇ ਅਸੀਂ ਗੁਰੂ ਦੇ ਲੜ ਲੱਗਦੇ ਹਾਂ, ਗੁਰੂ ਦੀ ਬਾਣੀ ਨੂੰ ਸੁਣਦੇ ਹਾਂ। ਪਰ ਤੁਸੀਂ ਕਿਸੇ ਵੀ ਗੁਰਦੁਆਰੇ ਦੇ ਵਿੱਚ ਚਲੇ ਜਾਓ, ਉੱਥੇ ਧਰਮ ਕਿੰਨਾ ਕੁ ਡਿਸਕਸ ਹੁੰਦਾ। ਕੋਈ ਰਾਗੀ ਆਇਆ ਕੀਰਤਨ ਕਰ ਗਿਆ, ਕੋਈ ਢਾਡੀ ਆਇਆ ਆਪਣੀ ਵਾਰ ਸੁਣਾ ਗਿਆ, ਜਾਂ ਕਵੀਸ਼ਰ ਆਇਆ ਆਪਣੀ ਗੱਲ ਸੁਣਾ ਗਿਆ, ਕਿਸੇ ਗਿਆਨੀ ਨੇ ਵੀ। ਪਰ ਅਦਰਵਾਈਜ਼ ਉੱਥੇ ਨਾਲ ਦੀ ਨਾਲ ਜਿਹੜੀ ਉਹ ਪੋਲਿਟਿਕਸ ਡਿਸਕਸ ਹੋਣੀ ਹੈ ਨਾ। ਫਿਰ ਉਹਦੇ ਵਿੱਚ ਲੜਾਈਆਂ ਵੀ ਹੋਣੀਆਂ ਵੀ ਕਿਹਦਾ ਕਬਜ਼ਾ ਹੋਵੇ। ਵੀ ਮਾਇਆਧਾਰੀ ਹੋਣ ਦੇ ਵਿੱਚੋਂ ਤਾਂ ਗੁਰੂ ਨਾਨਕ ਨੇ ਸਾਨੂੰ ਕੱਢਿਆ ਸੀਗਾ, ਤੇ ਮਾਇਆਧਾਰੀ ਹੀ ਅਸੀਂ ਹੁੰਦੇ ਜਾਂਦੇ ਹਾਂ। ਹੁਣ SGPC ਦਾ ਪੈਸਾ ਹੈ ਜਿਹੜਾ ਉਹ ਅਕਾਲੀ ਦਲ ਦੀਆਂ ਇਲੈਕਸ਼ਨਾਂ ਦੇ ਲਈ ਵਰਤਿਆ ਜਾਂਦਾ। ਉਹਨੂੰ ਜੇ ਉਹਨੂੰ ਸੰਗਤ ਦੇ ਲਈ ਵਰਤਿਆ ਜਾਵੇ, ਜੇ SGPC ਇਹ ਸੋਚੇ ਵੀ ਅਸੀਂ ਜਿਹੜੇ ਸਾਡੇ ਗਰੀਬ ਬੱਚੇ ਆ ਸਿੱਖਾਂ ਦੇ ਨਹੀਂ ਪੜ੍ਹ ਸਕਦੇ, ਨਹੀਂ ਐਜੂਕੇਸ਼ਨ ਅਫੋਰਡ ਕਰ ਸਕਦੇ, ਸਕੂਲ ਤਾਂ ਭਾਵੇਂ ਕਹਿਣਗੇ ਅਸੀਂ ਤਾਂ ਇੰਨੇ ਇੱਕ ਹੋਰ ਮੈਡੀਕਲ ਕਾਲਜ ਖੋਲ੍ਹਣ ਨੂੰ ਫਿਰਦੇ, ਪਰ ਉੱਥੇ ਗਰੀਬਾਂ ਦੀ ਪਹੁੰਚ ਕਿੱਥੇ ਆ? ਕੀ ਉਹਨਾਂ ਸਕੂਲਾਂ ਦੇ ਵਿੱਚ ਗਰੀਬ ਬੱਚਿਆਂ ਦੀ ਪਹੁੰਚ ਹੈਗੀ ਹੈ? ਕੀ ਅਸੀਂ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੇ ਹਾਂ? ਅਸੀਂ ਈਸਾਈ ਧਰਮ ਕਿਉਂ ਸਾਰੀ ਦੁਨੀਆ ਦੇ ਵਿੱਚ ਫੈਲਿਆ? ਦੇਖੋ ਸਿੱਖ ਹੈ ਜਿਹੜਾ ਉਹ ਆਪਣੇ ਆਪ ਬਣਦਾ, ਉਹਨੂੰ ਕੋਈ ਬਣਾਉਣ ਨਹੀਂ ਇਹ ਜਾਂਦੇ ਹੈਗੇ, ਨਾ ਉਸ ਪਾਸੇ ਪ੍ਰੇਰਦੇ ਨੇ। ਤੇ ਈਸਾਈ ਧਰਮ ਕਿਉਂ ਇੰਨਾ ਫੈਲਿਆ? ਇੱਥੇ ਵੀ ਆਪਾਂ ਦੇਖਦੇ ਹਾਂ ਹਰ ਸੈਟਰਡੇ ਸੰਡੇ ਆਏ ਹੁੰਦੇ ਨੇ ਲੋਕੀ ਪੈਂਫਲੈਟ ਲੈ ਕੇ, ਹੈ ਨਾ, ਵੰਡਦੇ ਆ। ਤੇ ਉਹਨਾਂ ਨੇ ਚਰਚ ਦੇ ਥਰੂ ਫੈਲਾਇਆ। ਕਿਵੇਂ ਫੈਲਾਇਆ? ਗਰੀਬ ਬੱਚਿਆਂ ਨੂੰ ਥਾਂ ਥਾਂ ਉਹਨਾਂ ਨੇ ਕਨਵੈਂਟ ਸਕੂਲ ਖੋਲ੍ਹੇ, ਉਹਨਾਂ ਦੇ ਵਿੱਚ ਗਰੀਬ ਬੱਚਿਆਂ ਨੂੰ ਸਿੱਖਿਆ ਦਿੱਤੀ। ਹੁਣ ਵੀ ਬਹੁਤ ਰੌਲਾ ਪਾਉਂਦੇ ਆ ਕਿ ਧਰਮ ਪਰਿਵਰਤਨ ਕਿਉਂ ਹੋ ਰਿਹਾ ਪੰਜਾਬ ਦੇ ਵਿੱਚ, ਕਿਉਂ ਕ੍ਰਿਸਚਨ ਬਣ ਰਹੇ ਨੇ ਲੋਕੀ। ਉਹ ਕਿਹੜੇ ਲੋਕ ਬਣ ਰਹੇ ਨੇ? ਜਿਹੜੇ ਐਜੂਕੇਸ਼ਨ ਨਹੀਂ ਅਫੋਰਡ ਕਰ ਸਕਦੇ, ਜਿਹੜੇ ਆਪਣਾ ਮਤਲਬ ਮੈਡੀਕਲ ਤੱਕ ਜਿਨ੍ਹਾਂ ਦੀ ਪਹੁੰਚ ਨਹੀਂ ਹੈ, ਉਹਨਾਂ ਨੂੰ ਜਦੋਂ ਡਾਕਟਰ ਸਾਹਿਬ ਜਦੋਂ ਇਹ ਗੱਲ ਕਰਦੇ ਆ ਫਿਰ ਜਿਹੜੇ ਉਹ ਧਰਮ ਦੇ ਠੇਕੇਦਾਰ ਉਹ ਕਹਿ ਦਿੰਦੇ ਆ ਕਿ ਇਹ ਲਾਲਚ ਦੇ ਕੇ ਜੇ ਧਰਮ ਬਣਾਉਣਾ, ਇਹ ਲਾਲਚ ਨਹੀਂ ਹੈ। ਜੇ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਪੜ੍ਹਾ ਕੇ ਕਹਿੰਦੇ ਹੋ ਇਹ ਸਿੱਖ ਬਣਾ ਲਾਂਗੇ। ਜੇ ਸਿੱਖ ਕੌਮ ਪੜ੍ਹੀ ਹੋਈ ਹੋਊਗੀ, ਜੇ ਸਿੱਖ ਬੱਚੇ ਪੜ੍ਹੇ ਲਿਖੇ ਹੋਏ ਹੋਣਗੇ, ਉਹ ਸਿੱਖੀ ਦੇ ਮਾਰਗ ਤੇ ਚੱਲਣਗੇ, ਉਹਨਾਂ ਨੂੰ ਸਮਝ ਲੱਗੂਗੀ।
ਤੇ ਜੇ ਸਭ ਤੋਂ ਜਿਹੜਾ ਐਜੂਕੇਸ਼ਨ ਹੈ ਜਾਂ ਰੋਟੀ ਹੈ, ਬੱਚੇ ਹਰ ਇੱਕ ਦਾ ਬੇਸਿਕ ਅਧਿਕਾਰ ਹੈ ਨਾ। ਹਰ ਮਨੁੱਖ ਨੂੰ ਰੋਟੀ ਵੀ ਮਿਲਣੀ ਚਾਹੀਦੀ ਹੈ, ਸਿੱਖਿਆ ਮਿਲਣੀ ਚਾਹੀਦੀ ਹੈ, ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ। ਜਿੱਥੇ ਸਰਕਾਰ ਨਹੀਂ ਪ੍ਰੋਵਾਈਡ ਕਰਦੀ, ਸਾਡੇ ਕੋਲ ਇੰਨਾ ਬਜਟ ਹੈ, ਅਸੀਂ ਗਰੀਬ ਬੱਚਿਆਂ ਨੂੰ ਕਿਉਂ ਨਹੀਂ ਪ੍ਰੋਵਾਈਡ ਕਰ ਸਕਦੇ ਹੈਗੇ? ਕਰਨਾ ਚਾਹੀਦਾ। ਜੇ ਤੁਸੀਂ ਕੌਮ ਨੂੰ ਉੱਤੇ ਚੱਕਣਾ, ਜੇ ਆਪਾਂ ਕਹਿੰਦੇ ਆ ਕੌਮ ਦੀ ਗੱਲ ਕਰਦੇ ਹੋ, ਕਮਿਊਨਿਟੀ ਦੀ ਗੱਲ ਕਰਦੇ ਹੋ, ਆਪਣੇ ਭਾਈਚਾਰੇ ਦੀ ਗੱਲ ਕਰਦੇ ਹੋ, ਉਸ ਭਾਈਚਾਰੇ ਲਈ ਕੁਝ ਕਰਨਾ ਬਣਦਾ। ਤੇ ਉਹ ਕਿਹਨੇ, ਜੇ ਧਾਰਮਿਕ ਜਿਹੜੀਆਂ ਸਾਡੀਆਂ ਐਡੀਆਂ ਇੰਸਟੀਟਿਊਸ਼ਨਸ ਨੇ, ਜੇ ਉਹ ਨਹੀਂ ਕਰਨਗੀਆਂ ਤੇ ਫਿਰ ਹੋਰ ਕੌਣ ਕਰੂਗਾ ਉਹ? ਪਰ ਡਾਕਟਰ ਸਾਹਿਬ ਹੁੰਦਾ ਇਹ ਆ, ਜੇ ਕੋਈ ਧਰਮ ਆਧਾਰਿਤ ਸੰਸਥਾਵਾਂ ਖੁੱਲ੍ਹਦੀਆਂ ਨਾ, ਤੇ ਉੱਥੇ ਇਹ ਵੇਖਿਆ ਜਾਂਦਾ ਹੈ ਕਿ ਇਹ ਮਤਲਬ ਜਿੱਦਾਂ ਹੁਣ ਇੰਜੀਨੀਅਰਿੰਗ ਕਾਲਜ ਦੀ ਗੱਲ ਕਰ ਲੈਣਾ, ਜਦੋਂ ਸਾਡੇ ਬੱਚੇ ਇੰਜੀਨੀਅਰਿੰਗ ਕਾਲਜ ਗਏ, ਮੈਨੂੰ ਯਾਦ ਹੈ ਉੱਥੇ ਇੱਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਅੰਡਰ ਗੁਰਦੁਆਰਾ ਸਾਹਿਬ ਸਕੂਲ ਕਾਲਜ ਆਉਂਦੇ ਆ, ਉਹਨਾਂ ਦਾ ਇੱਕ ਵੱਖਰਾ ਟੈਸਟ ਹੁੰਦਾ। ਉਹਦੇ ਵਿੱਚ ਫਿਰ ਕੋਸ਼ਿਸ਼ ਹੁੰਦੀ ਆ ਕਿ ਸਿੱਖ ਬੱਚਿਆਂ ਨੂੰ ਹੀ ਸਿਰਫ ਜਿਹੜੀ ਆ ਉਹ ਰੈਜ਼ਰਵੇਸ਼ਨ ਦਿੱਤੀ ਜਾਵੇ। ਜੇ ਆਪਾਂ ਕਹਿੰਦੇ ਆ ਕਿ ਸਾਡੇ ਗੁਰੂ ਸਾਹਿਬ ਨੇ ਸਰਬੱਤ ਦਾ ਭਲੇ ਦੀ ਗੱਲ ਕੀਤੀ, ਤੇ ਲੰਗਰ ਦੀ ਪ੍ਰਥਾ 'ਚ ਅਸੀਂ ਕਹਿੰਦੇ ਆ ਵੀ ਇੱਥੇ ਕੋਈ ਉੱਚਾ ਨੀਚਾ ਨਹੀਂ ਗਾ, ਕੋਈ ਮਾੜਾ ਨਹੀਂ ਗਾ, ਕੋਈ ਅਛੂਤ ਨਹੀਂ ਆ, ਬਰਾਬਰ ਬਹਿ ਕੇ ਖਾ ਸਕਦਾ, ਵੰਡ ਸਕਦਾ, ਤੇ ਪੰਗਤ ਦਾ ਸਿਧਾਂਤ ਜਿਹੜਾ ਆ। ਨਾਲੇ ਇਹਦੇ ਵਿੱਚ ਤਾਂ ਤੁਸੀਂ ਧਾਰਮਿਕ ਤੌਰ ਤੇ ਜਾਂ ਕਮਿਊਨਿਟੀ ਦੇ ਤੋਂ ਕਿਸੇ ਤਰ੍ਹਾਂ ਨਾਲ ਡਿਸਕ੍ਰਿਮੀਨੇਸ਼ਨ ਕਰਨੀ ਹੀ ਨਹੀਂ ਚਾਹੀਦੀ। ਅੱਛਾ ਡਾਕਟਰ ਸਾਹਿਬ, ਮੈਂ ਉਹੀ ਕਹਿ ਰਿਹਾ, ਨੇ ਸਾਨੂੰ ਭੇਦਭਾਵ ਤੋਂ ਉੱਤੇ ਉੱਠ ਕੇ ਇਹ ਗੱਲਾਂ ਕਰਨੀਆਂ। ਜੇ ਇਕੱਲੇ ਲੰਗਰ 'ਚ ਆਪਾਂ ਇਹ ਚੀਜ਼ ਫਾਲੋ ਕਰਦੇ ਆ, ਤੇ ਜਿਹੜੇ ਅਸੀਂ ਵਿਦਿਆਰਥੀ ਸੰਸਥਾਨ ਬਣਾਏ ਆ, ਹਰਕ੍ਰਿਸ਼ਨ ਪਬਲਿਕ ਸਕੂਲ ਬਹੁਤ ਨੇ ਹਨਾ, ਹੁਣ ਤੇ ਸਿੱਖਾਂ ਦੇ ਇੰਜੀਨੀਅਰਿੰਗ ਕਾਲਜ ਵੀ ਨੇ, ਮੈਡੀਕਲ ਕਾਲਜ ਵੀ ਹੋ ਗਏ ਨੇ, ਹੋਰ ਹੋਣਗੇ। ਪ੍ਰਬੰਧਕ ਕਮੇਟੀ ਦੀਆਂ ਘੱਟੋ ਘੱਟ 70-75 ਇੰਸਟੀਟਿਊਸ਼ਨਸ ਨੇ ਵਿਦਨ ਦਾ ਦਿੱਲੀ। ਹਾਂਜੀ, ਅੱਛਾ, ਉੱਥੇ ਫਿਰ ਆਪਾਂ ਕਿਉਂ ਸੋਚਦੇ ਆ ਕਿ ਸਿੱਖ ਬੱਚਿਆਂ ਨੂੰ ਪਹਿਲ ਦਈਏ, ਦੂਜੇ ਨੂੰ ਪਿੱਛੇ ਰੱਖੀਏ? ਸਾਰਿਆਂ ਨੂੰ ਪਹਿਲ ਦਈਏ, ਸਭ ਨੂੰ ਬਰਾਬਰ ਦੇ ਮੌਕੇ ਦਈਏ। ਜੇ ਗਰੀਬ ਬੱਚਾ ਕੋਈ ਵੀ ਆ, ਕੋਈ ਵੀ ਗਰੀਬ ਬੱਚਾ, ਚਾਹੇ ਕੋਈ ਬਸਤੀ ਤੋਂ ਆਇਆ ਵਾ, ਚਾਹੇ ਕਿਤੇ ਵੀ ਆਇਆ। ਦੇਖੋ, ਗੁਰੂ ਨੇ ਤਾਂ ਕਿਹਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਉੱਥੇ ਇਹ ਤਾਂ ਨਹੀਂ ਕਿਹਾ ਵੀ ਗਰੀਬ ਸਿੱਖ ਦਾ ਮੂੰਹ ਹੈ। ਕੋਈ ਵੀ ਗਰੀਬ ਹੈ, ਕੋਈ ਵੀ ਲੋੜਵੰਦ ਹੈ, ਜਿਹੜਾ ਜੋ ਜੀ ਆਵੇ ਸੋ ਰਾਜੀ ਜਾਵੇ। ਫਿਰ ਉਹ ਇੱਥੇ ਤਾਂ ਡਿਸਕ੍ਰਿਮੀਨੇਸ਼ਨ ਹੋਣੀ ਨਹੀਂ ਚਾਹੀਦੀ। ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਸਾਨੂੰ ਉਹ ਮਤਲਬ ਇੱਕ ਕਲੈਕਟਿਵ ਸਾਨੂੰ ਇਹ ਦਿੱਤਾ ਗਿਆ ਕਿ ਸਾਰੇ ਸੰਸਾਰ ਦਾ ਭਲਾ ਅਸੀਂ ਮੰਗਣਾ, ਸਾਰੇ ਸਮਾਜ ਦਾ ਭਲਾ ਮੰਗਣਾ, ਤੇ ਉੱਥੇ ਫਿਰ ਡਿਸਕ੍ਰਿਮੀਨੇਸ਼ਨ ਤਾਂ ਹੋਣੀ ਨਹੀਂ ਚਾਹੀਦੀ ਹੈਗੀ। ਕੋਈ ਵੀ ਗਰੀਬ ਬੱਚਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ। ਜਦੋਂ ਮੈਂ ਹੈੱਡ ਆਫ ਦੀ ਡਿਪਾਰਟਮੈਂਟ ਸੀ, ਸਵਰਨ ਸਿੰਘ ਬੋਪਾਰਾਏ ਹੁੰਦੇ ਸੀਗੇ ਵਾਈਸ ਚਾਂਸਲਰ, ਉਦੋਂ ਕਿਰਪਾਲ ਸਿੰਘ ਬਡੂੰਗਰ ਸੀਗੇ SGPC ਦੇ ਪ੍ਰਧਾਨ। ਉਹ ਸਾਡੇ ਉੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ IAS ਸੈਂਟਰ ਹੈ, ਕੋਚਿੰਗ ਸੈਂਟਰ। ਉੱਥੇ ਜਿਹੜੇ ਮਤਲਬ ਹੈਗੇ ਨੇ SC ਬੱਚੇ ਨੇ, ਰਿਜ਼ਰਵੇਸ਼ਨ ਚਾਹੁੰਦੇ ਨੇ, ਉਹਨਾਂ ਨੂੰ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤਕਰੀਬਨ ਉਹਨੂੰ ਹੋਸਟਲ ਦਾ ਖਰਚ ਵੀ ਦਿੱਤਾ ਜਾਂਦਾ ਹੈ ਨਾ। ਤੇ ਤਾਂ ਵੈਸੇ ਹੁਣ ਕਹਿ ਰਹੇ ਜੀ ਬਾਬਾ ਸੇਵਾ ਸਿੰਘ ਨੇ ਵੀ ਖਡੂਰ ਸਾਹਿਬ ਇਸ ਤਰ੍ਹਾਂ ਦਾ ਚਲਾਇਆ ਹੋਇਆ, ਜਿੱਥੇ IAS ਤੇ IPS ਦੀ ਟ੍ਰੇਨਿੰਗ ਦਿੰਦੇ ਆ। ਤੇ ਮੇਰੇ ਕੋਲ ਬਡੂੰਗਰ ਸਾਹਿਬ ਆਏ, ਕਹਿੰਦੇ ਕਿ ਵੀ ਡਾਕਟਰ ਸਾਹਿਬ ਮੇਰੇ ਨਾਲ ਚੱਲੋ, ਆਪਾਂ ਮਤਲਬ ਮਿਲਣਾ ਹੈ ਡਾਇਰੈਕਟਰ ਨੂੰ IAS ਸੈਂਟਰ ਦਾ। ਉਦੋਂ ਡਾਕਟਰ ਬਾਜਵਾ ਹੁੰਦੇ ਸੀ ਲਾਅ ਵਾਲੇ ਡਾਇਰੈਕਟਰ IAS ਸੈਂਟਰ ਦੇ। ਕਹਿੰਦੇ ਉਹਨਾਂ ਨੂੰ ਪੁੱਛ ਕੇ ਆਉਣਗੇ। ਉਹ ਕਹਿੰਦੇ ਵੀ ਇਹ ਆਪਾਂ ਸਿੱਖ ਬੱਚਿਆਂ ਲਈ ਖੋਲ੍ਹਣਾ। ਮੈਂ ਕਿਹਾ ਬਡੂੰਗਰ ਸਾਹਿਬ, ਇਹ ਗੱਲ ਤੁਸੀਂ ਗਲਤ ਕਰ ਰਹੇ ਹੋ। ਸਿੱਖ ਬੱਚਿਆਂ ਲਈ ਨਹੀਂ, ਤੁਸੀਂ ਸਾਰਿਆਂ ਨੂੰ ਦਿਓ। ਪਰ ਜਿਹੜੇ ਤੁਸੀਂ ਜਿਵੇਂ ਸਕਾਲਰਸ਼ਿਪ ਦੇਣਾ ਜਾਂ ਕੋਈ ਚੀਜ਼ ਦੇਣੀ ਆ, ਉਹ ਤੁਸੀਂ ਜਿਹੜੇ ਬਹੁਤ ਗਰੀਬ ਬੱਚੇ ਨੇ, ਸਿੱਖ ਬੱਚੇ ਨੇ, ਉਹਨਾਂ ਨੂੰ ਦੇ ਦਿਓ। ਪਰ ਜਿਹੜੇ ਦਾਖਲਾ ਹੈ, ਐਂਟਰੀ ਸਭ ਨੂੰ ਦਿਓ। ਹਾਂ, ਉਹ ਸਭ ਨੂੰ ਇਕੁਅਲ ਦੇਣਾ ਚਾਹੀਦਾ। ਤੇ ਉਹਦੇ ਨਾਲ ਦੇਖੋ, ਕੋਈ ਵੀ ਹੁਣ ਪੰਜਾਬ ਨੂੰ ਅਸੀਂ ਸਿੱਖੀ ਦਾ ਜਨਮ ਸਥਾਨ ਹੈ ਕਹਿ ਲਓ, ਜਾਂ ਸਿੱਖਾਂ ਦਾ ਗੜ੍ਹ ਮੰਨਦੇ ਹਾਂ। ਤੇ ਉੱਥੇ ਤਾਂ ਜੇ ਤੁਸੀਂ ਆਪਣੇ ਜਿਹੜੀ ਸਾਂਝੀ ਇੱਕ ਕਲੈਕਟਿਵ ਥਿੰਕਿੰਗ ਹੈ ਪੰਜਾਬੀਆਂ ਦੀ, ਵੀ ਪੰਜਾਬ ਨਾਲ ਪਿਆਰ ਹੋਵੇ, ਉਹ ਤਾਂ ਅਸੀਂ ਤਾਂ ਹੀ ਪੈਦਾ ਕਰ ਸਕਦੇ ਹਾਂ ਨਾ, ਜੇ ਅਸੀਂ ਉਹਨਾਂ ਨੂੰ ਆਪਣਾ ਮਤਲਬ ਅਸੀਂ ਇਹ ਰੌਲਾ ਤਾਂ ਪਾਉਂਦੇ ਹਾਂ ਵੀ ਹਿੰਦੂ ਆਪਣੀ ਬੋਲੀ ਹਿੰਦੀ ਲਿਖਾਉਂਦੇ ਨੇ ਜਾਂ ਇਸ ਕਿਸਮ ਦੀਆਂ। ਪਰ ਉਹਦਾ ਤੁਹਾਨੂੰ ਸਟਾਰਟ ਆਪਣੇ ਆਪ ਤੋਂ ਵੀ ਕਰਨਾ ਪੈਂਦਾ ਜੀ। ਪਰ ਇਹ ਜਿਹੜੀ ਪੋਲੀਟੀਕਲ ਆ ਗਿਆ ਨਾ, ਮਤਲਬ ਧਰਮ ਨੂੰ ਅਸੀਂ ਪੋਲੀਟਿਕਸ ਵਾਸਤੇ ਵਰਤਣ ਲੱਗ ਗਏ, ਉਹਨੇ ਇਹ ਸਾਰੇ ਵਖਰੇਵੇਂ ਨੇ ਜਿਹੜੇ ਉਹਨੇ ਪੈਦਾ ਕੀਤੇ ਨੇ। ਬਿਲਕੁਲ, ਸਮਾਂ ਆਪਣਾ ਡਾਕਟਰ ਸਾਹਿਬ ਹੋ ਗਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਤੁਸੀਂ ਕੰਮ ਦੀਆਂ ਗੱਲਾਂ ਦੱਸੀਆਂ। ਅਸੀਂ ਸੰਗਤ ਜਿਹੜੀ ਆ, ਸਿੱਖ ਸੰਗਤ, ਸਾਧ ਸੰਗਤ, ਉਹਦੇ ਸੰਬੰਧ 'ਚ ਗੱਲ ਸ਼ੁਰੂ ਕੀਤੀ ਸੀ। ਗੱਲ ਥੋੜ੍ਹੀ ਵੱਡੀ ਹੋ ਗਈ, ਹੋਰ ਚੀਜ਼ਾਂ ਵੱਲ ਵੀ ਚਲ ਗਏ। ਸਰਬੱਤ ਦੇ ਭਲੇ ਦੀ ਗੱਲ ਹੈ, ਕਨਸੈਪਟ ਹੈ, ਸਿੱਖੀ ਦੇ ਸਿਧਾਂਤ ਜਿੰਨੇ ਨੇ ਉਹ ਤੁਸੀਂ ਇੱਕ ਨਾਲ ਇੱਕ ਜੁੜਵਾ ਆ। ਜਦੋਂ ਅਸੀਂ ਕਰਨੀ ਸ਼ੁਰੂ ਕਰਦੇ ਹਾਂ, ਸਾਰੀਆਂ ਚੀਜ਼ਾਂ ਇੰਟਰ ਰਿਲੇਟਡ ਨੇ। ਤੇ ਜੇ ਸਿੱਖ ਧਰਮ ਨੇ ਦੁਨੀਆ ਭਰ 'ਚ ਨਾਮ ਕਮਾਇਆ ਇੱਕ ਲੰਗਰ ਦੀ ਸੰਸਥਾ ਕਰਕੇ, ਲੰਗਰ ਅਸੀਂ ਜਦੋਂ ਲਾਉਂਦੇ ਹਾਂ ਤੇ ਉਹਦੇ ਵਿੱਚ ਅਸੀਂ ਕੋਈ ਊਚ ਨੀਚ, ਵੱਡਾ ਛੋਟਾ ਕੋਈ ਨਹੀਂ ਦੇਖਦੇ, ਕੌਣ ਵਿਅਕਤੀ ਕਿਹੜੇ ਧਰਮ ਨੂੰ ਮੰਨਦਾ ਆ ਇਹ ਨਹੀਂ ਦੇਖਦੇ। ਤੇ ਦੂਜੀਆਂ ਕੌਮਾਂ ਜਿਹੜੀਆਂ ਉਹ ਦੰਦਾਂ ਥੱਲੇ ਉਂਗਲਾਂ ਲੈਂਦੀਆਂ ਨੇ ਕਿ ਇੱਦਾਂ ਦੇ ਲੋਕ ਵੀ ਹੈਗੇ ਨੇ ਜਿਹੜੇ ਫ੍ਰੀ ਫੂਡ ਲੱਖਾਂ ਹੀ ਲੋਕਾਂ ਨੂੰ ਜਿਹੜਾ ਉਹ ਪ੍ਰਦਾਨ ਕਰ ਸਕਦੇ ਆ। ਜੇ ਇਹੋ ਫਲਸਫਾ ਅਸੀਂ
ਬਾਕੀ ਜ਼ਿੰਦਗੀ ਦੇ ਜਿਹੜੇ ਸ਼ੋਭੇ ਨੇ ਉਹਨਾਂ ਵਿੱਚ ਵੀ ਅਪਣਾ ਲਈਏ। ਮਸਲਨ ਐਜੂਕੇਸ਼ਨ ਦਿੰਦੇ ਆ ਤੇ ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਬਣਾ ਲਈਏ ਕਿ ਕੋਈ ਵੀ ਵਿਅਕਤੀ ਲੋੜਵੰਦ ਹੈ, ਖਾਸ ਕਰਕੇ ਗਰੀਬ ਜਿਹਨੂੰ ਕਹਿੰਦੇ ਆ, ਗਰੀਬ ਜਿਹੜਾ ਡਾਕਟਰ ਸਾਹਿਬ ਨੇ ਕਿਹਾ ਗੁਰੂ ਦੀ ਗੋਲਕ ਜਿਹੜੀ ਆ ਉਹ ਗਰੀਬ ਦਾ ਮੂੰਹ ਆ, ਤੇ ਗਰੀਬ ਦੇ ਮੂੰਹ 'ਚ ਇਕੱਲਾ ਅੰਨ ਪਾਉਣਾ ਹੀ ਪੁੰਨ ਦਾ ਕੰਮ ਨਹੀਂ ਆ। ਉਹਦੇ ਬੱਚਿਆਂ ਨੂੰ ਐਜੂਕੇਸ਼ਨ ਦੇਣਾ, ਉਹਨੂੰ ਸਿਹਤ ਦੀ ਸਹੂਲਤਾਂ ਦੇਣਾ, ਉਹਨੂੰ ਜ਼ਿੰਦਗੀ 'ਚ ਬਾਕੀ ਚੀਜ਼ਾਂ ਤੇ ਬਰਾਬਰ ਖੜਾ ਕਰਨਾ ਵੀ ਸਿੱਖੀ ਦੇ ਮੂਲ ਸਿਧਾਂਤ ਦਾ ਇੱਕ ਹਿੱਸਾ ਹੈ। ਤੇ ਉਹਨੂੰ ਅਸੀਂ ਅਪਣਾ ਲਈਏ ਤੇ ਦੁਨੀਆ ਸਿੱਖ ਧਰਮ ਵੱਲ ਆਪਣੇ ਆਪ ਖਿੱਚੀ ਜਾਏਗੀ। ਜ਼ਰੂਰਤ ਨਹੀਂ ਆ ਕਿ ਕੋਈ ਗਲ 'ਚ ਇਸ ਸਮੇਂ ਦੇ ਵਿੱਚ ਬਾਣਾ ਪਾ ਕੇ ਹੀ ਸਿੱਖ ਖਵਾ ਸਕਦਾ ਹੈ। ਚੰਗੇ ਵਿਚਾਰਾਂ ਵਾਲਾ ਕੋਈ ਵਿਅਕਤੀ ਵੀ ਗੁਰੂ ਦਾ ਸਿੱਖ ਹੋ ਸਕਦਾ। ਮੇਰੇ ਖਿਆਲ ਅੱਜ ਦਾ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਸਾਨੂੰ ਅੱਛੀਆਂ ਗੱਲਾਂ ਤੁਸੀਂ ਦੱਸੀਆਂ, ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।